स्वागत है पीटीसी न्यूज़ ਦੇ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਪੰਜਾਬ ਦੀਆਂ ਵਿਰੋਧੀ ਧਿਰਾਂ ਕਹਿੰਦੀਆਂ ਨੇ ਕਿ ਪੰਜਾਬ ਦੇ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ, ਕਿਉਂਕਿ ਸਰਕਾਰ ਦੇ ਪ੍ਰਤੀ ਇੰਨੀ ਵੱਡੀ ਬੇਭਰੋਸਗੀ ਪੈਦਾ ਹੋ ਗਈ ਹੈ, ਨਾ ਸਿਰਫ ਪੰਜਾਬ ਦੀ ਜਨਤਾ ਦੀ ਬਲਕਿ ਉਹਨਾਂ ਦੇ ਆਪਣੇ ਵਿਧਾਇਕਾਂ ਦੀ ਵੀ ਬੇਭਰੋਸਗੀ ਆਪਣੀ ਸਰਕਾਰ ਦੇ ਪ੍ਰਤੀ ਹੋ ਗਈ ਹੈ। ਅਜਿਹੇ ਦੇ ਵਿੱਚ ਐਮਰਜੈਂਸੀ ਲਗਾ ਦੇਣੀ ਚਾਹੀਦੀ ਹੈ, ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਗਾ ਦੇਣਾ ਚਾਹੀਦਾ, ਕਿਉਂਕਿ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਕਹਿੰਦੇ ਨੇ ਤਨਖਾਹਾਂ ਮਿਲ ਨਹੀਂ ਰਹੀਆਂ, ਕਿਸਾਨ ਧਰਨੇ ਤੇ ਬੈਠੇ ਨੇ, 1 ਮਹੀਨਾ ਹੋ ਗਿਆ ਧਰਨਾ ਲਾ ਕੇ ਬੈਠੇ ਨੇ, ਸੜਕਾਂ ਤੋਂ ਲੈ ਕੇ रेल गड्डियां तक रोकियां गई, उन्होंने जो परचे दर्ज किए गए हैं वो रद्द नहीं हो रहे, तनख्वाह टाइम सिर दित्तियां जा रही, किश्तां बनिया गई ने और किश्तों के तनख्वाह दित्तियां जा रही ने। इस तो इलावा खुद विधायक साहब धरना देने लिए मजबूर हो रहे हैं कि साडी सुनवाई नहीं हो रही और उन्होंने फोन तक टैप किए जा रहे हैं। इस तो इलावा पंजाब दे विच हाल फिलहाल दे विच होईयां वड्डियां वारदातां ने एक बार फिर तो झंझोड़ के रख दिता। इन्ना तशद्दद किया गया और दलित भाईचारा खोद विच है कि उन्हां दे खिलाफ जिन्ने भी ये मामले दर्ज होए ने उन्हां ते कोई कार्रवाई हो ही नहीं रही। ये सारे मसले लैके जिहड़ी सरकार दे प्रति बेभरोसगी है जिहड़ी क्यों वध रही है, कि वाकई सिस्टम दे विच किते कोई कमी हैगी है या फिर ये आम जी रूटीन जी गल्लां जदों किसी होर पार्टी की सरकार होंदी है तां भी अजिहा कुछ चलता है। इसे ते विचार चर्चा लैके हाज़र होए हैं। सब तो पहला मेहमानां दे नाल जाण पछाण करा दईए, फिर अगे वधदे हां। साडे नाल रजिंदर दीपा जी मौजूद ने, बुला रहे श्रोमणी अकाली दल के, चंद्रेश्वर सिंह मोही जी मौजूद ने, बुला रहे पंजाब कांग्रेस के, इकबाल सिंह जी बुला रहे आम आदमी पार्टी के, तरलोचन सिंह जी सीनियर पत्रकार और हरदीप टोडरपुर जी आगू ने अध्यापक यूनियन के। बहुत बहुत स्वागत है सारे मेहमानों का। जिहड़ियां 2-3 चीज़ां ने वो दस दईए कि अज असीं की डिस्कस करांगे, क्योंकि सारे जानते हैं कि पंजाब दे विच जिहड़े आर्थिक हालात ने, वित्ती संकट है जिहड़ा बहुत गहराया होया है। ਉਹਦੇ 2-3 ਕਾਰਨ ਨੇ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡਾ ਕਾਰਨ ਹੈ GST ਦਾ ਰਿਕਵਰ ਨਾ ਹੋਣਾ ਪੂਰੀ ਤਰ੍ਹਾਂ। 44% ਜਿਹੜੀ ਹੈ ਰਿਕਵਰੀ ਘੱਟ ਹੋਈ ਹੈ ਪੰਜਾਬ ਦੇ ਵਿੱਚ, ਉਸ ਦੇ ਲਈ ਕੌਣ ਜ਼ਿੰਮੇਵਾਰ ਹੈ, ਇਹ ਇੱਕ ਵੱਡਾ ਸਵਾਲ ਜ਼ਰੂਰ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਜੋ ਰਕਮ ਰੋਕੀ ਗਈ ਹੈ ਉਹ ਹਾਲੇ ਤੱਕ ਆਈ ਨਹੀਂ, ਉਹ ਵੀ ਇੱਕ ਵੱਡੀ ਤਰਾਸਦੀ ਬਣੀ ਹੋਈ ਹੈ ਪੰਜਾਬ ਦੇ ਸਾਰੇ ਸਿਸਟਮ ਨੂੰ ਹਿਲਾਉਣ ਦੇ ਲਈ। ਇਸ ਤੋਂ ਇਲਾਵਾ ਹੋਰ ਬੜੇ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਵਿੱਚ ਲਾਅ ਐਂਡ ਆਰਡਰ ਦਾ ਮੁੱਦਾ ਬੜਾ ਗੰਭੀਰ ਹੈਗਾ। ਹਾਲ ਹੀ ਦੇ ਵਿੱਚ ਅਸੀਂ ਦੇਖਿਆ ਕਿ ਸੰਗਰੂਰ ਦੇ ਵਿੱਚ ਹੋਵੇ ਜਾਂ ਬਟਾਲਾ ਦੇ ਵਿੱਚ ਹੋਵੇ ਜੋ ਕਾਂਡ ਹੋਏ ਨੇ, ਉਸ ਤੋਂ ਬਾਅਦ ਮਲੇਰਕੋਟਲਾ ਮੋਗਾ ਦੇ ਵਿੱਚ ਜੋ ਹੋਇਆ, ਉਸ ਤੋਂ ਬਾਅਦ ਵਿਧਾਇਕ ਸਾਹਿਬ ਨੂੰ ਆਪਣੀ ਜਾਨ ਬਚਾਉਣ ਲਈ ਗੱਡੀ ਛੱਡ ਕੇ ਭੱਜਣਾ ਪਿਆ। ਅਜਿਹੀ ਸਥਿਤੀ ਬਣ ਗਈ ਹੈ ਤਾਂ ਅਜਿਹੀ ਸਥਿਤੀ ਦਾ ਜ਼ਿੰਮੇਵਾਰ ਕੌਣ ਹੈ, ਇਹ ਇੱਕ ਵੱਡਾ ਸਵਾਲ ਜ਼ਰੂਰ ਪੈਦਾ ਹੁੰਦਾ। ਇਸ ਤੋਂ ਇਲਾਵਾ ਕਿਸਾਨ ਭਾਈਚਾਰਾ ਸੜਕਾਂ ਤੇ ਹੈ, ਰੇਲਾਂ ਰੋਕ ਰਿਹਾ ਕਿ ਉਹਨਾਂ ਦੇ ਖਿਲਾਫ ਜਿਹੜੇ ਪਰਚੇ ਦਰਜ ਕੀਤੇ ਗਏ ਨੇ ਉਹ ਪਰਚੇ ਰੱਦ ਹੋਣੇ ਚਾਹੀਦੇ ਨੇ, ਕਿਉਂਕਿ ਜੋ ਭਾਅ ਮਿੱਥਿਆ ਗਿਆ ਉਸ ਭਾਅ ਦੇ ਮਿੱਥਣ ਤੋਂ ਪਹਿਲਾਂ ਦੇ ਪਰਚੇ ਨੇ, ਬਾਅਦ ਦੇ ਪਰਚੇ ਨਹੀਂ ਹੈ। ਇਸ ਕਰਕੇ ਉਹ ਕਹਿੰਦੇ ਨੇ ਕਿ ਇਹ ਸਾਰੇ ਪਰਚੇ ਰੱਦ ਕੀਤੇ ਜਾਣ, ਜੇ ਅੱਗੋਂ ਕੁਝ ਹੁੰਦਾ ਤਾਂ ਉਹ ਪਰਚੇ ਕੀਤੇ ਜਾਣ। ਪਰ ਫਿਲਹਾਲ ਇਹ ਕਹਿ ਸਕਦੇ ਹਾਂ ਕਿ ਸਾਰੇ ਪਾਸੇ ਤਰਾਹੀ ਮਚੀ ਹੋਈ ਹੈ। ਮੈਂ ਸ਼ੁਰੂਆਤ ਰਜਿੰਦਰ ਦੀਪਾ ਸਾਹਿਬ ਤੁਹਾਡੇ ਤੋਂ ਕਰਦਾ। ਕਾਂਗਰਸ ਕਹਿੰਦੀ ਹੈ ਕਿ ਅਕਾਲੀ ਦਲ ਜਾਂ ਬੀਜੇਪੀ ਆਪਣਾ ਟਾਈਮ ਭੁੱਲ ਗਈ ਹੈ। ਉਹਨਾਂ ਵੇਲੇ ਵੀ ਕਿਸਾਨ ਸੜਕਾਂ ਤੇ ਹੁੰਦੇ ਸੀ, ਉਹਨਾਂ ਵੇਲੇ ਵੀ ਅਧਿਆਪਕ ਜਿਹੜੇ ਆ ਉਹ ਸਟਰਗਲ ਕਰਦੇ ਸੀ, ਅਧਿਆਪਕ ਰੈਲੀਆਂ ਕਰਦੇ ਸੀਗੇ। ਹੁਣ ਅਜਿਹਾ ਕੀ ਵੱਖਰਾ ਹੋ ਗਿਆ ਕਿ ਜਿਹੜੀ ਹਾਏ ਤੋਬਾ ਮਚਾਈ ਹੋਈ ਹੈ? ਵੱਖਰਾ ਇਹ ਹੋ ਗਿਆ ਕਿ ਅਕਾਲੀ ਦਲ ਔਰ ਸ਼੍ਰੋਮਣੀ ਅਕਾਲੀ ਦਲ ਔਰ ਬੀਜੇਪੀ ਨੇ ਐਸੇ ਲੰਬੇ ਚੌੜੇ ਵਾਅਦੇ ਨਹੀਂ ਕਦੀ ਕੀਤੇ ਸੀ। ਵਾਅਦੇ ਉਹ ਹੀ ਕੀਤੇ ਸੀ ਜਿਹੜੇ ਪੂਰੇ ਕੀਤੇ ਔਰ ਇਹ ਵੇਖੋ ਕਿ 3 ਸਾਲ ਲਗਭਗ ਹੋ ਚੁੱਕੇ ਹੈ। ਜੋ ਲੰਬੇ ਚੌੜੇ ਵਾਅਦੇ ਕੀਤੇ ਸੀ, ਭਾਵੇਂ ਘਰ ਘਰ ਨੌਕਰੀ ਦੇਣ ਦਾ ਸੀ, ਭਾਵੇਂ ਨਸ਼ਿਆਂ ਨੂੰ ਬਿਲਕੁਲ ਜੜੋਂ ਖਤਮ ਕਰਨ ਦਾ ਸੀ, ਭਾਵੇਂ ਹੋਰ ਜਿੰਨੇ ਵੀ ਵਾਅਦੇ ਸੀ, ਕਿਸਾਨਾਂ ਦਾ ਕਰਜ਼ਾ ਮਾਫੀ ਦਾ ਸੀ, ਕੋਈ ਵੀ ਪੂਰਾ ਨਹੀਂ ਕੀਤਾ। ਜਸਟ ਐਵੇਂ ਥੋੜਾ ਬਹੁਤ ਉਹਨੂੰ ਟੱਚ ਕੀਤਾ। ਤੋ ਇਸ ਵਾਸਤੇ 3 ਸਾਲ ਹੋ ਗਏ। ਹੁਣ ਲੋਕਾਂ 'ਚ ਤਰਾਹੀ ਹੋਈ ਹੈ। ਲੋਕਾਂ 'ਚ ਤਾਂ ਆਮ ਲੋਕਾਂ 'ਚ ਤਾਂ ਤਰਾਹੀ ਹੁੰਦੀ ਹੈ, ਵਿਰੋਧੀ ਧਿਰ ਨੇ ਵੀ ਆਵਾਜ਼ ਚੱਕਣੀ ਹੁੰਦੀ ਹੈ, ਪਰ ਜਦੋਂ ਇਹਨਾਂ ਦੇ MLA ਖੁਦ ਆਵਾਜ਼ ਚੱਕਣ ਔਰ ਵਾਰ-ਵਾਰ ਚੱਕਣ ਔਰ ਮੁੱਖ ਮੰਤਰੀ ਔਰ ਵਾਰ-ਵਾਰ ਉਹਨਾਂ ਦਾ ਆਵਾਜ਼ ਚੱਕਣ ਤਾਂ ਸਾਨੂੰ ਮੁੱਖ ਮੰਤਰੀ ਸਾਹਿਬ ਮਿਲ ਤਾਂ ਲੈਣ, ਸਾਡਾ ਦੁੱਖ ਸੁੱਖ ਤਾਂ ਸੁਣ ਲੈਣ, ਔਰ ਮੁੱਖ ਮੰਤਰੀ ਆਪਦੇ MLA ਨੂੰ ਸੁਣਨ ਨੂੰ ਤਿਆਰ ਨਹੀਂ, ਉਹਨਾਂ ਨਾਲ ਬੈਠ ਕੇ ਤਿਆਰ ਨਹੀਂ, ਤਾਂ ਮੈਂ ਸਮਝਦਾ ਵੀ ਅਸੀਂ ਸਰਕਾਰ ਦਾ ਕਿਵੇਂ ਹੋਊਗਾ? ਲੋਕਾਂ ਨੂੰ ਤਾਂ ਸੈਟਿਸਫੈਕਸ਼ਨ ਕਿੱਥੇ ਮਿਲਣੀ ਹੈ? ਅੱਜ ਕਿਸਾਨ ਸੜਕਾਂ ਤੇ ਹੈ। ਪਿਛਲੇ ਦਿਨੀ ਜਿਹੜੇ ਗੰਨਾ ਕਿਸਾਨ ਹੈ, ਇਹਨਾਂ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਿੱਚ ਆ ਕੇ ਵਾਅਦਾ ਕਰਕੇ ਗਏ ਕਿ ਜੀ ਅਸੀਂ ਆਹ ਪੇਮੈਂਟ ਦੇ ਰਹੇ ਹਾਂ, ਆਹ ਇਸ ਤਰੀਕ ਤੱਕ ਕਰ ਦਾਂਗੇ, ਨਹੀਂ ਤਾਂ ਮੈਂ ਵੀ ਇਹਨਾਂ ਦੇ ਵਿੱਚ ਆ ਕੇ ਬੈਠਾਂਗਾ। ਉਹਨਾਂ ਨੇ ਆ ਕੇ ਆਪਦਾ ਧਰਨਾ ਚੱਕ ਲਿਆ, ਉਹ ਤਾਂ ਦੁਬਾਰਾ ਆ ਕੇ ਬਹਿ ਗਏ ਤੇ ਮੰਤਰੀ ਜੀ ਆਪਦੇ ਵਾਅਦੇ ਤੋਂ ਭੱਜ ਗਏ, ਉਹਨਾਂ ਦੇ ਵਿੱਚ ਨਹੀਂ ਬੈਠੇ। ਤਾਂ ਤਰਾਹੀ ਤਾਂ ਹੋਣੀ ਹੈ। ਹਰ ਵਰਗ ਬਿਲਕੁਲ ਠੀਕ ਤੁਸੀਂ ਦੱਸਿਆ ਕਿ ਲਾਅ ਐਂਡ ਆਰਡਰ ਦੀ ਇੰਨੀ ਮਾੜੀ, ਰੋਜ਼ ਕੁਝ ਨਾ ਕੁਝ ਐਸੀ ਘਟਨਾ ਹੁੰਦੀ ਹੈ, ਭਾਵੇਂ ਕਿਸੇ ਦਲਿਤ ਨਾਲ ਹੋਵੇ, ਭਾਵੇਂ ਕਿਸੇ ਵਿਰੋਧੀ ਧਿਰ ਦੇ ਕਿਸੇ ਸਰਪੰਚ ਨਾਲ ਹੋਵੇ। ਇਸ ਤਰ੍ਹਾਂ ਦੀ ਗੁੰਡਾਗਰਦੀ ਹੋ ਰਹੀ ਹੈ। ਗੈਂਗਸਟਰ ਜੇਲ੍ਹਾਂ ਦੇ ਵਿੱਚੋਂ ਕਿਸ ਤਰ੍ਹਾਂ ਫੋਨ ਕਰ ਰਹੇ ਹੈ, ਕਿਵੇਂ ਉਹ ਮੈਸੇਜ ਭੇਜ ਰਹੇ ਹੈ, ਕਿਵੇਂ ਉਗਰਾਹੀ ਕਰ ਰਹੇ ਹੈ। ਵਾਕਈ ਬੁਰਾ ਹਾਲ ਹੈ। ਬਿਲਕੁਲ ਪ੍ਰੈਜ਼ੀਡੈਂਟ ਰੂਲ ਲੱਗਣ ਵਾਲੇ ਹਾਲਾਤ ਹੈ। ਫਾਈਨੈਂਸ਼ੀਅਲੀ ਤੁਹਾਡੀ ਵਿੱਤੀ ਸੰਕਟ ਇੰਨਾ ਭਾਰੀ ਹੈ, ਤੁਹਾਡਾ GST 44% ਘਟ ਗਿਆ ਸਿਰਫ ਕਿਉਂਕਿ ਤੁਸੀਂ ਥੱਲੇ ਉਸ ਤਰ੍ਹਾਂ ਦੇਖ ਹੀ ਨਹੀਂ ਰਹੇ। ਕੈਪਟਨ ਅਮਰਿੰਦਰ ਸਿੰਘ ਜੀ ਕੋਲ ਟਾਈਮ ਹੀ ਨਹੀਂ ਹੈ, ਉਹ ਫੌਰਨ ਦੌਰੇ ਤੇ ਗਏ ਆਏ ਹੈ, ਕਿੰਨਾ ਕੁ ਮਿਲਣਾ ਉਹ ਇੰਜੋਏ ਕਰ ਰਹੇ ਹੈ। 5 ਸਾਲ ਤਾਂ ਉਹਨਾਂ ਨੇ
ਨੋ ਡਾਊਟ 2002 ਤੋਂ 7 ਦੇ ਵਿੱਚ ਇੱਕ ਠੀਕ ਸਰਕਾਰ ਦਿੱਤੀ ਸੀ ਉਹਨਾਂ ਨੇ, ਲੋਕਾਂ ਨੇ ਉਸੇ ਵਿਸ਼ਵਾਸ ਨਾਲ ਉਹਨਾਂ ਨੂੰ ਦੁਬਾਰਾ ਚੁਣਿਆ। ਪਰ ਇਸ ਵਾਰੀ ਤਾਂ ਬਿਲਕੁਲ ਉਹਨਾਂ ਦਾ ਸਰਕਾਰ ਚਲਾਉਣ 'ਚ ਕੋਈ ਇੰਟਰਸਟ ਵੀ ਨਹੀਂ ਹੈ ਔਰ ਉਸ ਤਰ੍ਹਾਂ ਦੇ ਰਿਜ਼ਲਟ ਵੀ ਸਾਹਮਣੇ ਆ ਰਹੇ। ਠੀਕ ਹੈ, ਇਸ ਵਾਸਤੇ ਤਰਾਈ ਅਪਲਾਈ ਪਹਿਲਾਂ ਮੋਹੀ ਸਾਹਿਬ ਤੋਂ ਲੈ ਲਈ, ਫਿਰ ਅੱਗੇ ਵਧਦੇ ਹਾਂ। ਚੰਦਰੇਸ਼ਰ ਮੋਹੀ ਸਾਹਿਬ, ਤੁਸੀਂ ਸੁਣਿਆ ਕਿ ਇਹ ਕਹਿੰਦੇ ਨੇ ਕਿ ਹਰ ਵਰਗ ਦੁਖੀ ਹੈਗਾ, ਭਾਵੇਂ ਉਹ ਤਨਖਾਹਾਂ ਵਾਲੇ ਮੁਲਾਜ਼ਮ ਹੋਣ ਜਾਂ ਕਿਸਾਨ ਹੋਣ ਜਾਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੋਵੇ, ਹਰ ਪਾਸੇ ਬੁਰਾ ਹਾਲ ਹੈ। ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਸਿਸਟਮ ਫੇਲੀਅਰ ਹੈ, ਮੈਨੇਜਮੈਂਟ ਠੀਕ ਤਰ੍ਹਾਂ ਚੱਲ ਨਹੀਂ ਰਹੀ। ਸਭ ਤੋਂ ਪਹਿਲਾਂ ਜੀ ਮੈਂ ਫਾਈਨੈਂਸ਼ੀਅਲ ਕੰਡੀਸ਼ਨਸ ਬਾਰੇ ਗੱਲ ਕਰੂੰਗਾ। ਜੋ ਸਾਡਾ GST ਰਿਫੰਡ ਸੀਗਾ 2100 ਕਰੋੜ ਦਾ ਸੀਗਾ, ਉਹਦੇ ਉੱਪਰ 2000 ਕਰੋੜ ਹੋਰ ਆ ਗਿਆ ਤੇ ਉਹ ਸਾਨੂੰ ਹਾਲੇ ਤੱਕ ਰਿਫੰਡ ਨਹੀਂ ਹੋਇਆ। ਤੇ ਦੂਸਰਾ ਜਿਹੜਾ ਸੈਂਟਰਲ ਗਵਰਨਮੈਂਟ ਨੇ ਕਾਰਪੋਰੇਸ਼ਨ ਟੈਕਸ ਸੀਗਾ 30% ਤੋਂ ਲੈ ਕੇ 22% ਕਰਤਾ, ਉਹਦੇ ਨਾਲ ਪੰਜਾਬ ਸਰਕਾਰ ਨੂੰ 1 ਸਾਲ ਦੇ ਅੰਦਰ 1500 ਕਰੋੜ ਦਾ ਫਾਈਨੈਂਸ਼ੀਅਲ ਨੁਕਸਾਨ ਹੈਗਾ, ਜਿਹਦੇ ਕੀ ਭਰਪਾਈ ਨਹੀਂ ਹੋਣੀ। ਜਦ ਕਿ ਪਿਛਲੇ 2-2.5 ਸਾਲਾਂ ਸੈਂਟਰਲ ਗਵਰਨਮੈਂਟ BJP ਗਵਰਨਮੈਂਟ ਨੇ ਕੋਈ 3 ਲੱਖ ਕਰੋੜ ਜਮ੍ਹਾਂ ਕੀਤਾ, 3 ਟ੍ਰਿਲੀਅਨ ਕਰੋੜ ਜਮ੍ਹਾਂ ਕੀਤਾ, ਤੇ ਉਹਦੇ ਚੋਂ ਸਟੇਟਸ ਨੂੰ 42% ਜੋ ਕਿ ਸਾਡਾ ਸ਼ੇਅਰ ਬਣਦਾ ਸਟੇਟਸ ਨੂੰ ਨਹੀਂ ਮਿਲਿਆ, ਤੇ 70% ਸਟੇਟਸ ਨੇ ਹੀ ਉਸ ਲਈ ਕੰਮ ਕੀਤਾ। ਤੇ ਦੂਜੀ ਲਾਅ ਐਂਡ ਆਰਡਰ ਦੀ ਨਹੀਂ, ਚਲੋ ਆਪਾਂ ਫਾਈਨੈਂਸ਼ੀਅਲ ਤੇ ਪਹਿਲਾਂ ਚਰਚਾ ਕਰ ਲੈਣੇ। ਮੋਹੀ ਸਾਹਿਬ ਇੱਕ ਮਿੰਟ, ਮੋਹੀ ਸਾਹਿਬ ਇੱਕ ਸਵਾਲ ਹੈ ਕਿ ਇਸ ਗੱਲ ਦਾ ਜਵਾਬ ਦਿਓਗੇ ਕਿ 44% GST ਦੀ ਰਿਕਵਰੀ ਘੱਟ ਕਿਉਂ ਹੋਈ ਹੈ? ਉਹਦੇ ਲਈ ਤਾਂ ਕੇਂਦਰ ਸਰਕਾਰ ਜਾਂ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਜ਼ਿੰਮੇਵਾਰ ਨਹੀਂ ਹੈ। 44% ਰਿਕਵਰੀ ਘੱਟ ਹੋਣਾ ਇਹ ਫੇਲੀਅਰ ਮੰਨਦੇ ਹੋ ਸਰਕਾਰ ਦੀ ਜਾਂ ਸਰਕਾਰੀ ਅਫਸਰਾਂ ਦੀ? ਜੇ ਉਹ ਨਾ ਹੁੰਦਾ ਤਾਂ ਸ਼ਾਇਦ ਹਾਲਾਤ ਸੁਧਰਦੇ। ਬਿਲਕੁਲ ਵੀ ਨਹੀਂ, ਰਿਕਵਰੀ ਹੋ ਰਹੀ ਹੈ ਜੀ, ਹਲੇ ਹੌਲੀ ਆਪਾਂ ਕਰ ਰਹੇ ਹਾਂ। ਸਰਕਾਰ ਇੱਕਦਮ ਆਪਾਂ ਇਹਨਾਂ ਦਾ 10 ਇਅਰਸ ਦਾ ਜਿਹੜਾ ਗੈਪ ਸੀਗਾ ਅਕਾਲੀ BJP ਗਵਰਨਮੈਂਟ ਦਾ, ਹੌਲੀ ਬਿਲਕੁਲ ਠੀਕ ਹੋ ਰਿਹਾ। ਮੈਂ GST ਦੀ ਗੱਲ ਕਰ ਰਿਹਾ। ਮੋਹੀ ਸਾਹਿਬ ਉਦੋਂ ਤਾਂ GST ਹੈ ਹੀ ਨਹੀਂ, ਲੱਗੀ ਨਹੀਂ ਸੀ ਉਦੋਂ। ਮੋਹੀ ਸਾਹਿਬ ਮੈਂ GST ਦੀ ਗੱਲ ਕਰ ਰਿਹਾ, ਤੁਸੀਂ ਹਿਸਾਬ ਲਾਓ 100 ਰੁਪਏ ਰਿਕਵਰ ਕਰਨਾ ਹੋਵੇ, 100 ਰੁਪਏ ਦੇ ਵਿੱਚੋਂ ਤੁਸੀਂ ਸਿਰਫ 56 ਰੁਪਏ ਰਿਕਵਰ ਕਰ ਸਕੋ, 44 ਰੁਪਏ ਦਾ ਇੱਕ ਵੱਡਾ ਗੈਪ, ਉਹ ਕਿਵੇਂ ਪੂਰਿਆ ਜਾਏਗਾ? ਉਹ ਕੋਈ ਸਰਕਾਰ ਹੈਲਪ ਨਹੀਂ ਕਰ ਸਕਦੀ, ਉਹਦੇ ਵਿੱਚ ਕੋਈ ਤੁਹਾਨੂੰ ਪਾ ਕੇ ਪੱਲਿਓਂ ਦੇਣ ਨਹੀਂ ਵਾਲਾ। ਜਿਹੜਾ 44% ਘੱਟ ਹੋਇਆ, ਘੱਟੋ ਘੱਟ ਕਾਰਵਾਈ ਕੋਈ ਜਵਾਬਦੇਹੀ ਤਾਂ ਹੋਏਗੀ ਉਹਨਾਂ ਅਫਸਰਾਂ ਦੀ ਜਿਨ੍ਹਾਂ ਨੇ GST ਘੱਟ ਰਿਕਵਰ ਕੀਤਾ। ਇਸ ਲਈ ਤਾਂ ਕਿ ਜੇ ਮੰਤਰੀ ਬਾਦਲ ਸਾਹਿਬ ਨੇ ਕਿਹਾ ਪਰ GST 2.0 ਲੈ ਕੇ ਆਉਣ ਦੀ ਬਹੁਤ ਲੋੜ ਆ। ਨਹੀਂ, ਪਰ ਫੇਲੀਅਰ ਤਾਂ ਹੈਗਾ ਨਾ, ਫਿਰ ਫੇਲੀਅਰ ਤਾਂ ਹੈਗਾ ਨਾ ਮੋਹੀ ਸਾਹਿਬ। ਨਾਲੇ ਚਲੋ ਮੇਰਾ ਦੂਜਾ ਸਵਾਲ ਵੀ ਲੈ ਲਓ। ਦੂਜਾ ਸਵਾਲ ਮੋਹੀ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਹੈ ਕੇਂਦਰ ਸਰਕਾਰ ਦੀ ਕਿ 2100 ਕਰੋੜ ਰੁਪਈਆ ਦੇਣਾ, 2000 ਕਰੋੜ ਰੁਪਈਆ ਦੇਣਾ, ਕੀ 4100 ਕਰੋੜ ਰੁਪਈਆ ਲੈ ਕੇ ਪੰਜਾਬ ਦੇ ਹਾਲਾਤ ਸੁਧਰ ਜਾਣਗੇ? ਮੋਹੀ ਸਾਹਿਬ ਆਵਾਜ਼ ਆ ਰਹੀ ਹੈ ਤੁਹਾਨੂੰ ਮੇਰੀ? ਚਲੋ ਮੇਰੀ ਆਵਾਜ਼ ਲੱਗਦਾ ਉਹਨਾਂ ਤੱਕ ਨਹੀਂ ਪਹੁੰਚ ਰਹੀ, ਆਪਾਂ ਦੁਬਾਰਾ ਕੋਸ਼ਿਸ਼ ਕਰਾਂਗੇ ਉਹਨਾਂ ਤੱਕ ਸਵਾਲ ਪਹੁੰਚਾਉਣ ਦੀ। ਕਈ ਵਾਰ ਅਜਿਹਾ ਵੀ ਹੁੰਦਾ ਕਿ ਬੁਲਾਰਾ ਸਾਹਿਬ ਦੇ ਕੋਲ ਜਦੋਂ ਜਵਾਬ ਨਹੀਂ ਹੁੰਦਾ ਤਾਂ ਉਹ ਇਹ ਜ਼ਰੂਰ ਕਹਿੰਦੇ ਨੇ ਕਿ ਸਾਨੂੰ ਆਵਾਜ਼ ਨਹੀਂ ਆ ਰਹੀ। ਮੇਰੀ ਦੁਬਾਰਾ ਕੋਸ਼ਿਸ਼ ਹੋਏਗੀ ਕਿ ਮੈਂ ਮੋਹੀ ਸਾਹਿਬ ਤੱਕ ਪਹੁੰਚਾਂ। ਇਕਬਾਲ ਸਿੰਘ, ਸਾਰੇ ਹਾਲਾਤਾਂ ਤੋਂ ਅਸੀਂ ਸਭ ਜਾਣੂ ਹੈਗੇ ਹਾਂ ਕਿ ਇਸ ਨੂੰ ਅਸੀਂ ਸਿਰਫ ਪੋਲੀਟੀਕਲ ਵਜੋਂ ਦੇਖ ਸਕਦੇ ਹਾਂ ਕਿ ਇੱਕ ਪਾਰਟੀ ਵੱਲੋਂ ਸਹੀ ਤਰੀਕੇ ਨਾਲ ਸਰਕਾਰ ਨਹੀਂ ਚਲਾਈ ਜਾ ਰਹੀ, ਕਿਉਂਕਿ ਆਮ ਤੌਰ ਤੇ ਇੱਕ ਧਾਰਨਾ ਵੀ ਬਣੀ ਹੋਈ ਹੈ ਕਿ ਸਰਕਾਰ ਅਫਸਰ ਚਲਾਉਂਦੇ ਨੇ, ਕੋਈ ਸਿਆਸੀ ਲੋਕ ਨਹੀਂ ਚਲਾਉਂਦੇ। ਕਿ ਇਹ ਅਫਸਰਾਂ ਦੀ ਨਲਾਇਕੀ ਹੈਗੀ ਹੈ ਜਾਂ ਸਿਆਸੀ ਨਲਾਇਕੀ ਹੈ? ਦੇਖੋ ਹਰਪ੍ਰੀਤ ਜੀ, ਇਹ ਰਲ ਮਿਲ ਕੇ ਸਭ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਗੱਲ ਤਾਂ ਇਹ ਹੈ ਵੀ ਸਰਕਾਰ ਬਣਦੀ ਹੈ, ਸਰਕਾਰ ਲੋਕਾਂ ਨੂੰ ਫੀਲ ਹੋਣੀ ਚਾਹੀਦੀ ਵੀ ਸਰਕਾਰ ਮਤਲਬ ਕਿਆ ਸਾਡੇ ਵਾਸਤੇ ਨਵਾਂ ਲਿਆ ਰਹੀ ਹੈ। ਕੋਈ ਵੀ ਕੈਬਨਿਟ ਬੈਠਦੀ ਹੈ, ਮੀਟਿੰਗ ਬੈਠਦੀ ਹੈ, ਲੋਕਾਂ ਨੂੰ ਉਤਸ਼ਾਹ ਹੋਣਾ ਚਾਹੀਦਾ ਵੀ ਅੱਜ ਕੈਬਨਿਟ ਚੋਂ ਸਾਡੇ ਵਾਸਤੇ ਕੀ ਨਿਕਲੂਗਾ। ਪਰ ਇੱਥੇ ਕੁਝ ਲੱਗ ਨਹੀਂ ਰਿਹਾ। ਹੁਣ ਮੈਨੂੰ ਇੱਕ ਨਾ ਉਹ ਪੁਰਾਣੀ ਕਹਾਵਤ ਯਾਦ ਆ ਰਹੀ ਹੈ। ਕੋਈ ਸਿਆਹ ਆਪਣੀ ਮਾਂ ਨੂੰ ਕਹਿਣ ਲੱਗਾ ਵੀ ਮਾਂ ਮੈਂ ਸ਼ਿਕਾਰ ਕਰਨਾ, ਉਹ ਮਾਂ ਕਹਿੰਦੀ ਤੂੰ ਆਪਣੀ ਖੱਲ ਬਚਾ ਲੈ ਭਾਈ, ਸ਼ਿਕਾਰ ਤੂੰ ਰਹਿਣ ਦੇ। ਇਹਨਾਂ ਨੇ ਵਾਅਦੇ ਤਾਂ ਐਡੇ ਐਡੇ ਕੀਤੇ, ਪਰ ਹੁਣ ਇਹਨਾਂ ਦੇ ਆਪਣਾ ਜੋ ਪਿੱਛੇ ਵਾਲਾ ਉਹ ਵੀ ਮੇਨਟੇਨ ਨਹੀਂ ਇਹਨਾਂ ਤੇ ਕਰ ਹੋ ਰਿਹਾ। ਵਾਅਦੇ ਤਾਂ ਦੂਰ ਹੈ ਪੂਰੇ, ਉਹ ਤਾਂ ਬਹੁਤ ਦੂਰ ਰਹਿ ਗਏ। ਜਿਹੜਾ ਪਿੱਛੋਂ ਚੱਲਿਆ ਆ ਰਿਹਾ ਸੀ ਉਹ ਵੀ ਮੇਨਟੇਨ ਨਹੀਂ ਹੋ ਰਿਹਾ, ਉਹਦਾ ਵੀ ਮਤਲਬ ਬੈਕ ਗੇਅਰ ਲੱਗਿਆ ਹੋਇਆ ਇਹਨਾਂ ਦਾ। ਹੁਣ ਤੁਸੀਂ ਦੱਸ ਲਓ ਲਾਅ ਐਂਡ ਆਰਡਰ 'ਚ ਕਿੱਥੇ ਹੈ? ਇਹ ਕਿਤੇ ਦਿਖ ਨਹੀਂ ਰਿਹਾ। ਗੈਂਗਵਾਰ ਚੱਲ ਰਹੀ ਹੈ ਸ਼ਰੇਆਮ। ਅਭੀ ਉੱਥੇ ਤਾਂ ਕਿਸੇ ਪੈਸੇ ਦੀ ਲੋੜ ਨਹੀਂ, ਉੱਥੇ ਕੁਝ ਨਹੀਂ। ਇਹ ਤਾਂ ਸਿਸਟਮ ਫੇਲੀਅਰ ਹੈ ਨਾ। ਤੇ ਦੂਜਾ ਕਿਸਾਨੀ ਮਸਲੇ ਹੋਰ ਗੰਭੀਰ ਹੋ ਗਏ, ਮੁਲਾਜ਼ਮਾਂ ਦੇ ਮਸਲੇ ਤੁਹਾਡੇ ਸਾਹਮਣੇ ਆ, ਟੀਚਰ ਸਾਹਿਬ ਦੱਸ ਦੇਣਗੇ ਹੁਣ। ਤੇ ਉਦਯੋਗ ਨੀਤੀ ਕੋਈ ਨਹੀਂ ਇਹਨਾਂ ਦੀ, ਖੇਤੀਬਾੜੀ ਦਾ ਕੋਈ ਮੰਤਰੀ ਨਹੀਂ ਅਜੇ ਤੱਕ ਇਹਨਾਂ ਦਾ ਹੈਗਾ। ਤੇ ਬਿਜਲੀ ਦੀ ਤਰਾਹੀ ਉਹ ਵੀ 10 ਰੁਪਏ ਯੂਨਿਟ ਹੈ। ਜੇ ਬਿਜਲੀ ਸਰਪਲਸ ਹੈ ਤਾਂ ਉਹਦਾ ਕੋਈ ਸਦਉਪਯੋਗ ਨਹੀਂ ਹੋ ਰਿਹਾ ਕਿਤੇ। ਮਤਲਬ ਇਹ ਸਾਰੇ ਕੁੱਲ ਮਿਲਾ ਕੇ ਜੋ ਮਸਲੇ ਹੈਗੇ ਨਾ, ਇਹਨਾਂ ਨੇ ਹੋਰ ਗੰਭੀਰ ਸੰਕਟ ਪੈਦਾ ਕਰਤਾ। ਆਰਥਿਕ ਮੰਦੀ ਆਉਂਦੀ ਹੁੰਦੀ ਸੀਗੀ, ਪਰ ਆਰਥਿਕ ਐਮਰਜੈਂਸੀ ਪਹਿਲੀ ਵਾਰ ਵਰਡ ਸੁਣ ਰਹੇ ਹਾਂ ਅਸੀਂ ਪੰਜਾਬ ਵਾਸਤੇ। ਹਾਲਾਂਕਿ ਸਾਰੀਆਂ ਸਟੇਟਾਂ 'ਚ ਪੰਜਾਬ ਨੰਬਰ 1 ਸੂਬਾ ਸੀ, ਪਰ ਉਹ ਨੰਬਰ 1 ਨੂੰ ਅੱਜ ਆਰਥਿਕ
ਐਮਰਜੈਂਸੀ ਵਾਲੇ ਵਰਡ ਸੁਣਨ ਨੂੰ ਮਿਲ ਰਹੇ ਯਾਰ, ਲੱਗ ਜਾਣੀ ਮੈਨੂੰ ਲੱਗਦਾ ਹੈ। ਜੇ ਅਸੀਂ ਤਾਂ ਕਹਿੰਦੇ ਵੀ ਰਾਸ਼ਟਰਪਤੀ ਰਾਜ ਲੱਗੇ, ਘੱਟੋ ਘੱਟ ਐਮਐਲਏਆਂ ਦੀ ਇਹਨਾਂ ਦੇ ਜਿਹੜੇ ਤੇਲ ਫੂਕਦੀਆਂ ਫਿਰਦੀਆਂ ਹੋਰ ਕਿੰਨੇ ਖਰਚੇ ਉਹ ਤਾਂ ਬਚਣ, ਜਵਾਬਦੇਹੀ ਤਾਂ ਹੋਵੇ। ਹਾਂ ਉਹ ਜਵਾਬਦੇਹੀ ਤਾਂ ਹੋਵੇ ਘੱਟੋ ਘੱਟ। ਇਹ ਤਾਂ ਕਹਿਣ ਜੋਗੇ ਵੀ ਅਫਸਰਸ਼ਾਹੀ ਹੁਣ ਚਲਾ ਰਹੀ, ਇਹ ਤਾਂ ਨਹੀਂ ਕਹੋਗੇ ਅਸੀਂ ਵੀ ਐਮਐਲਏ ਚਲਾ ਰਹੇ, ਸਾਡੇ ਨੇਤਾ ਹੈ ਨਹੀਂ ਹੁਣ। ਚਲੋ ਇਹਨਾਂ ਦੇ ਖਰਚੇ ਤਾਂ ਘਟਣਗੇ, ਮੰਤਰੀਆਂ ਨੂੰ ਜਿਹੜਾ OSD ਲਾਏ ਕਿੰਨੇ ਖਰਚੇ ਇਹਨਾਂ ਲੱਗਦਾ ਕਿ ਸਰਕਾਰ ਗੰਭੀਰ ਨਹੀਂ ਹੈ, ਗੰਭੀਰ ਨਹੀਂ ਹੈਗੀ। ਬਾਕੀ ਇਹੀ ਹੈਗਾ ਵੀ ਜੇ ਤਾਂ ਹੁਣ ਇੱਕ ਕਮਲਾ ਹੋਵੇ ਉਹਨੂੰ ਕਹਿੰਦੇ ਸਮਝਾਵੇ ਵਿਹੜਾ, ਜੇ ਵਿਹੜਾ ਹੀ ਕਮਲਾ ਉਹਨੂੰ ਸਮਝਾਵੇ ਕਿਹੜਾ। ਹੁਣ ਇੱਥੇ ਕਮਲੇ ਹੀ ਇਕੱਠੇ ਹੋਏ ਵੇ। ਹੁਣ ਮਾਲਕ ਮੰਨ ਲਾ ਜੇ ਘਰ ਦਾ ਉਹ ਕਮਲਾ ਹੋ ਜੇ, ਉਹ ਪਹਿਲਾਂ ਜ਼ਮੀਨ ਵੇਚਦਾ, ਫਿਰ ਉਹ ਵੇਚਦਾ ਆਪਣੇ ਗਹਿਣੇ, ਫਿਰ ਉਹ ਭਾਂਡੇ ਵੇਚਣ ਤੱਕ ਆ ਜਾਂਦਾ। ਹੁਣ ਇਹ ਭਾਂਡੇ ਵੇਚਣ ਤੱਕ ਸਰਕਾਰ ਆ ਗਈ। ਸਾਡੀ ਪਿੰਡਾਂ ਦੀ ਸ਼ਾਮਲਾਟਾਂ ਦੇ ਅੱਖ ਰੱਖ ਲਈ ਇਹਨਾਂ ਨੇ, ਜਿਹੜੀਆਂ ਸ਼ਾਮਲਾਟਾਂ ਸਾਡੇ ਬਜ਼ੁਰਗਾਂ ਨੇ ਪਿੰਡਾਂ ਦੇ ਡਿਵੈਲਪਮੈਂਟ ਵਾਸਤੇ ਰੱਖੀਆਂ ਹੋਈਆਂ, ਵੀ ਉੱਥੋਂ ਜਿਹੜੀ ਆਊਗੀ ਇਨਕਮ ਉਹਦੇ ਨਾਲ ਪਿੰਡਾਂ ਦਾ ਸੁਧਾਰ ਹੋਊਗਾ। ਫਿਰ ਉਹਦੇ ਚੋਂ ਰੁਜ਼ਗਾਰ ਕਿੰਨਾ, ਸ਼ਾਮਲਾਟ ਨੂੰ ਗਰੀਬ ਵੀ ਉੱਥੋਂ ਰੁਜ਼ਗਾਰ ਆਪਣਾ ਕਰ ਦੇਣਗੇ ਉੱਥੇ ਜ਼ਮੀਨਾਂ ਲੈ ਕੇ, ਤੇ ਉਹਨਾਂ ਦੇ ਰੁਜ਼ਗਾਰ ਵੀ ਬੰਦ ਕਰ ਦੇਣੇ। ਤਾਂ ਮਾਰਨ ਤੇ ਲੱਗੇ ਵੇ ਪਿੰਡਾਂ ਵਾਲਿਆਂ ਨੂੰ। ਹੁਣ ਦੱਸੋ ਪਿੰਡਾਂ ਵਾਲਿਆਂ ਨੂੰ ਕੋਈ ਕਾਰਪੋਰੇਸ਼ਨ ਜਾਂ ਮਿਊਨਿਸਪੈਲਿਟੀ ਵਾਂਗੂ ਕੋਈ ਗ੍ਰਾਂਟ ਦਿੰਦੇ ਆ? ਉਹ ਆਪਣੀ ਸ਼ਾਮਲਾਟਾਂ ਦੇ ਪਿੰਡ ਜੀ ਰਹੇ ਆ। ਇਸ ਕਰਕੇ ਉਹ ਵੀ ਇਹਨਾਂ ਦਾ ਖੋਣ ਹੁਣ ਕਹਿੰਦੇ ਉਦਯੋਗ ਨੀਤੀ ਲਿਆਓ। ਜਿਹੜੇ ਉਦਯੋਗ ਪਹਿਲਾਂ ਲੱਗੇ ਵੇ ਉਹ ਤਾਂ ਫੈਲ ਆ ਤੁਹਾਡੇ। ਹੁਣ ਇੱਥੇ ਰਾਜਪੁਰੇ ਕੋਲ ਕਹਿੰਦੇ ਸ਼ਾਮਲਾਟਾਂ ਦੀ ਜ਼ਮੀਨ ਲੈ ਕੇ ਸਾਈਕਲ ਫੈਕਟਰੀਆਂ ਵਾਲਿਆਂ ਨੂੰ ਦੇਣੀ ਹੈਗੀ। ਉਹ ਹੀਰੋ ਸਾਈਕਲ ਵਾਲੇ ਦੀ ਸਟੇਟਮੈਂਟ ਪੜ੍ਹ ਲਓ, ਕਹਿੰਦਾ ਸਾਡੇ ਸਾਈਕਲ ਨਹੀਂ ਵਿਕ ਰਹੇ। ਜਦ ਪਹਿਲੇ ਸਾਈਕਲ ਤੁਹਾਡੇ ਵਿਕ ਨਹੀਂ ਰਹੇ, ਤੁਸੀਂ ਹੋਰ ਜ਼ਮੀਨਾਂ ਉੱਥੇ ਆਕੂਪੇਟ ਕਰਕੇ ਹੋਰ ਕਰਨ ਸ਼ਾਮਲਾਟ ਜ਼ਮੀਨਾਂ ਵੀ ਸਿਰੇ ਚੜਾ ਰਹੇ ਆ। ਮਤਲਬ ਕੋਈ ਇਹਨਾਂ ਦੀ ਨੀਤੀ ਕਿਸੇ ਪਾਸੇ ਲੱਗ ਨਹੀਂ ਰਹੀ ਵੀ ਕੋਈ ਤਾਂ ਗੰਭੀਰ ਹੋਵੇ ਵੀ ਇਹਨੂੰ ਲਿਆਉਣਾ ਕਿਵੇਂ। ਅੱਛਾ ਫਿਰ ਸਲਾਹ ਵੀ ਕਿਸੇ ਦੀ ਨਹੀਂ ਲੈਣੀ ਹੈਗੀ। ਹੁਣ ਅਸੀਂ ਨਹੀਂ ਕਹਿੰਦੇ ਵੀ ਅਸੀਂ ਕਾਂਗਰਸ ਨਾਲ ਕੋਈ ਸਾਡੀ ਕੋਈ ਧੱਕੇਸ਼ਾਹੀ ਆ, ਅਸੀਂ ਕੋਈ ਉਹਨਾਂ ਨਾਲ ਕੱਢਣ ਵਾਸਤੇ ਬਿਆਨਬਾਜ਼ੀ ਕਰ ਰਹੇ, ਅਸੀਂ ਪੰਜਾਬ ਬਚਾਉਣ ਦੀਆਂ ਗੱਲਾਂ ਕਰ ਰਹੇ। ਇੱਕ ਵਾਰ ਆਲ ਪਾਰਟੀ ਮੀਟਿੰਗ ਦਾ ਬੁਲਾ ਲੈਣਾ, ਕੋਈ ਚੰਗਾ ਸੁਝਾਅ ਵਿੱਚੋਂ ਨਿਕਲ ਕੇ ਆ ਜਾਊਗਾ ਵੀ ਭਾਈ ਇੱਧਰ ਚਲੋ ਆਪਾਂ ਅੱਗੇ ਵਧਦੇ ਹਾਂ। ਇੱਕ ਮਿੰਟ ਹਰਦੀਪ ਟੋਡਰਪੁਰ ਜੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਇਹ ਮਸਲਾ ਬੜਾ ਤੁਹਾਡਾ ਲੰਬਾ ਚੱਲਦਾ ਆ ਰਿਹਾ। ਘੱਟੋ ਘੱਟ ਜਦੋਂ ਸਰਕਾਰ ਬਣੀ ਉਸ ਤੋਂ ਬਾਅਦ ਲਗਾਤਾਰ ਇਹ ਮਸਲੇ ਚੱਲਦੇ ਆ ਰਹੇ ਨੇ, ਪਰ ਕਾਂਗਰਸ ਦੇ ਬੜੇ ਸਾਰੇ ਬੁਲਾਰੇ ਮੰਤਰੀ ਵਿਧਾਇਕ ਕਹਿੰਦੇ ਨੇ ਕਿ ਅਧਿਆਪਕਾਂ ਦੇ ਲਗਭਗ ਸਾਰੇ ਮਸਲੇ ਅਸੀਂ ਹੱਲ ਕਰ ਦਿੱਤੇ ਨੇ। ਜਿਨ੍ਹਾਂ ਨੂੰ ਨੌਕਰੀਆਂ ਦੇਣੀ ਸੀ ਨੌਕਰੀਆਂ ਦਿੱਤੀਆਂ, ਤਨਖਾਹਾਂ ਦਾ ਮਸਲਾ ਸੀ ਉਹ ਖਤਮ ਹੋ ਗਿਆ, ਟਰਾਂਸਫਰ ਦੇ ਮਸਲੇ ਸੀ ਉਹ ਖਤਮ ਹੋ ਗਏ, ਤੁਸੀਂ ਹਾਲੇ ਵੀ ਸੜਕਾਂ ਤੇ ਹੋ। ਪਹਿਲੀ ਗੱਲ ਤਾਂ ਜੀ ਇੱਕ ਚੀਜ਼ ਦੱਸਣਾ ਚਾਹੁੰਦੇ ਆ ਕਿ ਸਰਕਾਰ ਘਰ ਘਰ ਰੁਜ਼ਗਾਰ ਦਾ ਵਾਅਦਾ ਕਰਕੇ ਸੱਤਾ ਦੇ ਵਿੱਚ ਆਈ ਸੀ, ਪਰ ਅੱਜ ਬੇਰੁਜ਼ਗਾਰ 2-2 3-3 ਮਹੀਨੇ ਤੋਂ ਸੰਗਰੂਰ ਦੇ ਵਿੱਚ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਨੇ, ਤੇ ਨਾਲ ਪੁਲਿਸ ਦੀਆਂ ਡਾਂਗਾਂ ਦੇ ਰੂਪ ਦੇ ਵਿੱਚ ਉਹਨਾਂ ਨੂੰ ਇਨਾਮ ਦਿੱਤਾ ਜਾ ਰਿਹਾ। ਕਿਉਂ ਦਿੱਤਾ ਜਾ ਰਿਹਾ? ਕੋਈ ਲੜਾਈ ਉਹਨਾਂ ਨੂੰ ਰੁਜ਼ਗਾਰ ਦੀ ਨਹੀਂ ਹੈ। ਜਿਹੜੀ ਉਹ ਯੋਗਤਾ ਪੂਰੀ ਕਰ ਚੁੱਕੇ ਸੀ ਰੁਜ਼ਗਾਰ ਤੇ ਲੱਗਣ ਦੀ, ਉਹਨਾਂ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ। ਨਵੀਆਂ ਸ਼ਰਤਾਂ ਲਾ ਦਿੱਤੀਆਂ ਗਈਆਂ ਨੇ। ਟੀਚਰ ਲੱਗਣ ਵਾਸਤੇ ਜਿਹੜੀ ਪਹਿਲਾਂ ਕੰਡੀਸ਼ਨ ਸੀ ਮਾਸਟਰ ਕੈਡਰ ਦੇ ਉੱਤੇ, ਜੇ 6ਵੀਂ ਤੋਂ 10ਵੀਂ ਤੱਕ ਦੇ ਬੱਚਿਆਂ ਨੂੰ ਪੜਾਉਣਾ ਹੈਗਾ ਤਾਂ ਉਹ ਮਾਸਟਰ ਕੈਡਰ ਦੀ ਪੋਸਟ ਵਾਸਤੇ ਯੋਗਤਾ ਸੀ ਜਿਹੜੀ ਰਿਜ਼ਰਵ ਕੈਟਾਗਰੀ ਲਈ 45% ਤੇ ਜਰਨਲ ਕੈਟਾਗਰੀ ਲਈ 55% ਨੰਬਰ BA ਦੇ ਵਿੱਚੋਂ ਹੋਣੇ ਜ਼ਰੂਰੀ ਸੀ। ਇਸੇ ਤਰ੍ਹਾਂ ਪ੍ਰਾਇਮਰੀ ਟੀਚਰ ਲੱਗਣ ਵਾਸਤੇ +2 + ETT ਜ਼ਰੂਰੀ ਸੀ। ਇਸ ਤੋਂ ਬਾਅਦ ਟੀਚਰ ਐਲੀਜੀਬਿਲਟੀ ਟੈਸਟ ਹੁੰਦਾ ਸੀ। ਟੀਚਰ ਐਲੀਜੀਬਿਲਟੀ ਟੈਸਟ ਵੀ ਇਸ ਆਧਾਰ ਤੇ ਹੋ ਰਿਹਾ ਤੇ B.Ed ਜਾਂ ETT ਵੀ ਇਸੇ ਆਧਾਰ ਤੇ ਕਰਾਈ ਜਾ ਰਹੀ ਹੈ। ਪਰ ਨੌਕਰੀ ਦੇਣ ਦੇ ਮੌਕੇ ਉਹਨਾਂ ਤੇ ਨਵੀਆਂ ਸ਼ਰਤਾਂ ਲਾ ਕੇ ਉਹਨਾਂ ਨੂੰ ਨੌਕਰੀ ਮੰਗਣ ਤੋਂ ਹੀ ਅਯੋਗ ਕਰਾਰ ਦੇ ਦਿੱਤਾ ਗਿਆ। ਇਸ ਕਰਕੇ ਬੇਰੁਜ਼ਗਾਰ ਸੜਕਾਂ ਤੇ ਨੇ। ਇਹ ਬੇਰੁਜ਼ਗਾਰ ਅਧਿਆਪਕਾਂ ਦਾ ਐਜੀਟੇਸ਼ਨ ਪੰਜਾਬ ਦੇ ਵਿੱਚ ਹੋ ਰਿਹਾ। ਇਸ ਤੋਂ ਇਲਾਵਾ ਜਿਹੜੇ ਅਧਿਆਪਕਾਂ ਨਾਲ ਲੰਮੇ ਵਾਅਦੇ ਕੀਤੇ ਸੀ ਕਿ ਸਾਰਿਆਂ ਨੂੰ ਅਸੀਂ ਰੈਗੂਲਰ ਕਰਾਂਗੇ, ਪਹਿਲੀ ਗੱਲ ਤਾਂ 15,000 ਦੇ ਲਗਭਗ ਸਿੱਖਿਆ ਪ੍ਰੋਵਾਈਡਰ, ਵਲੰਟੀਅਰ, ਵਿਸ਼ੇਸ਼ ਅਧਿਆਪਕ ਜਾਂ ਨਾਨ ਟੀਚਿੰਗ ਸਟਾਫ ਐਜੂਕੇਸ਼ਨ ਮਹਿਕਮੇ ਦੇ ਵਿੱਚ ਹੈਗਾ, ਜਿਹੜਾ ਅਜੇ ਵੀ ਕੰਟਰੈਕਟ ਦੇ ਉੱਤੇ ਹੈਗਾ, ਤੇ ਜਿਨ੍ਹਾਂ ਨੂੰ ਰੈਗੂਲਰ ਕੀਤਾ ਗਿਆ ਉਹਨਾਂ ਦੀਆਂ ਤਨਖਾਹਾਂ ਘਟਾ ਕੇ ਰੈਗੂਲਰ ਕੀਤਾ। ਜਾਂ 51-78 ਵਾਲੇ ਟੀਚਰ ਸੀ ਜਿਨ੍ਹਾਂ ਨੂੰ 3 ਸਾਲ ਬਾਅਦ ਪੂਰੀ ਤਨਖਾਹ ਦਿੱਤੀ ਜਾਣੀ ਸੀ, ਉਹਨਾਂ ਨੂੰ 5 ਸਾਲ ਬਾਅਦ ਦਿੱਤੀ ਜਾ ਰਹੀ ਹੈ। ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ 4 ਕੈਬਨਿਟ ਮੰਤਰੀਆਂ ਨਾਲ ਸਾਡੀ ਪੰਜਾਬ ਗਵਰਨਮੈਂਟ ਨਾਲ ਮੀਟਿੰਗ ਹੋਈ। ਉਸ ਮੀਟਿੰਗ ਦੇ ਵਿੱਚ ਸਰਕਾਰ ਨੇ ਇਹ ਆਖਿਆ ਸੀ ਕਿ ਜਿੰਨੇ ਕੱਚੇ ਅਧਿਆਪਕ ਜਾਂ ਨਾਨ ਟੀਚਿੰਗ ਸਟਾਫ ਤੁਹਾਡਾ ਰਹਿ ਗਿਆ ਉਹਨਾਂ ਨੂੰ ਰੈਗੂਲਰ ਕਰਨ ਦੇ ਲਈ ਤੇ ਤਨਖਾਹ ਕਟੌਤੀ ਦਾ ਇਸ਼ੂ ਰਿਵਿਊ ਕਰਨ ਦੇ ਲਈ 90 ਦਿਨਾਂ ਦਾ ਉਹਨਾਂ ਨੇ ਸਮਾਂ ਲਿਆ ਸੀ। ਪਰ 90 ਛੱਡੋ 200 ਦਿਨ ਤੋਂ ਵੀ ਉੱਪਰ ਸਮਾਂ ਹੋ ਚੁੱਕਿਆ, ਅੱਜ ਤੱਕ ਕਾਰਵਾਈ ਕੋਈ ਨਹੀਂ। ਇਸ ਤੋਂ ਉੱਪਰ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਦੇਣ ਦੇ ਲਈ ਦੇਰੀ ਕੀਤੀ ਜਾ ਰਹੀ ਹੈ ਲਗਾਤਾਰ। ਬਾਕੀ ਸਹੂਲਤਾਂ ਮਿਲਣੀਆਂ ਦੂਰ ਦੀ ਗੱਲ ਆ। ਮੁਲਾਜ਼ਮਾਂ ਦਾ DA, ਮੁਲਾਜ਼ਮਾਂ ਦਾ ਪੇ ਕਮਿਸ਼ਨ, ਮੁਲਾਜ਼ਮਾਂ ਨੂੰ ਜਿਹੜੀ ਪੁਰਾਣੀ ਪੈਨਸ਼ਨ ਦਾ ਸੁੱਖ ਸਾਡੇ ਰਾਜਨੇਤਾ ਮਾਣਦੇ ਹੈਗੇ ਨੇ, ਉਹ ਪੁਰਾਣੀ ਪੈਨਸ਼ਨ ਦੇਣ ਦੀ ਬਜਾਏ ਨਵੀਂ ਪੈਨਸ਼ਨ ਲਾਈ ਹੋਈ ਆ ਜਿਹੜੀ ਸਿੱਧਾ ਸ਼ੇਅਰ ਮਾਰਕੀਟ ਨਾਲ ਜੁੜੀ ਹੋਈ ਆ, ਜਿੱਥੇ ਪੈਨਸ਼ਨ ਕਿੰਨੀ ਲੱਗਣੀ ਆ ਕੋਈ ਸਾਡੀ ਗਰੰਟੀ ਨਹੀਂ ਹੈ। ਇਸ ਕਰਕੇ ਮੁਲਾਜ਼ਮਾਂ ਦੇ ਬਹੁਤ ਸਾਰੇ ਮੁੱਦੇ ਨੇ
ਜਿਹੜੇ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਪਰ ਅਜੇ ਤੱਕ ਪੂਰੇ ਨਹੀਂ ਕੀਤੇ, ਇਸ ਕਰਕੇ ਅਸੀਂ ਸੜਕਾਂ ਦੇ ਉੱਤੇ। ਠੀਕ ਹੈ ਵਾਪਸ ਆਣਾ ਮੈਂ ਤਰਲੋਚਨ ਸਿੰਘ ਜੀ। ਅਸੀਂ ਲਗਾਤਾਰ ਦੇਖ ਰਹੇ ਹਾਂ, ਘੱਟੋ ਘੱਟ ਮੁਲਾਜ਼ਮਾਂ ਦੀ ਅਸੀਂ ਗੱਲ ਕਰੀਏ ਤਾਂ ਮੁਲਾਜ਼ਮਾਂ ਦੇ ਮੁੱਦੇ ਬੜੇ ਨੇ। ਉਹ ਅਸੀਂ ਜਿਹੜੀ ਲਾਸਟ ਡਿਬੇਟ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਡੀਏ ਦੀ ਵੀ ਗੱਲ ਕੀਤੀ, ਮੈਡੀਕਲ ਦੀ ਵੀ ਗੱਲ ਕੀਤੀ, ਪੈਨਸ਼ਨਾਂ ਦੀ ਵੀ ਗੱਲ ਕੀਤੀ ਕਿ ਸਾਰੀਆਂ ਚੀਜ਼ਾਂ ਰੋਕੀਆਂ ਜਾ ਰਹੀਆਂ ਨੇ। ਹਾਲਾਂਕਿ ਪਹਿਲਾਂ ਵੀ ਅਜਿਹਾ ਹੁੰਦਾ, ਪਰ ਅਜਿਹੇ ਵਿੱਤੀ ਸੰਕਟ ਪਹਿਲਾਂ ਕਦੇ ਨਹੀਂ ਆਏ। ਜਿਹੜਾ ਇੱਕ ਤਰਕ ਇਹ ਦਿੱਤਾ ਜਾ ਰਿਹਾ ਕਿ ਕੇਂਦਰ ਸਰਕਾਰ ਸਾਡੀ ਬਾਂਹ ਨਹੀਂ ਫੜ ਰਹੀ, ਕੇਂਦਰ ਸਰਕਾਰ ਸਾਡੇ ਨਾਲ ਵਿਤਕਰਾ ਕਰ ਰਹੀ ਹੈ, ਇਸੇ ਕਰਕੇ ਉਸਦਾ ਅਸਰ ਜਿਹੜਾ ਉਹ ਸੂਬੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਅੱਜ ਵਿੱਤ ਮੰਤਰੀ, ਕੇਂਦਰੀ ਵਿੱਤ ਮੰਤਰੀ ਨਾਲ ਮੁਲਾਕਾਤ ਜਿਹੜੀ ਪੰਜਾਬ ਦੇ ਵਿੱਤ ਮੰਤਰੀ ਹੋਰਾਂ ਦੀ ਹੋਈ ਹੈ, ਉਹਦੇ ਵਿੱਚ ਕੀ ਵਿਚਾਰਾਂ ਹੋਈਆਂ, ਇਹਦੇ ਬਾਰੇ ਵੀ ਕੁਝ ਦੱਸੋ। ਔਰ ਕੀ ਵਾਕਈ ਲੱਗਦਾ ਜਿਹੜਾ ਇਹ ਤਰਕ ਦਿੱਤਾ ਜਾ ਰਿਹਾ ਕਿ ਕੇਂਦਰ ਸਰਕਾਰ ਸਹੀ ਤਰੀਕੇ ਨਾਲ ਰਵੱਈਆ ਨਹੀਂ ਅਪਣਾ ਰਹੀ, ਇਸੇ ਕਰਕੇ ਸਟੇਟ ਦੀ ਹਾਲਤ ਡਾਵਾਡੋਲ ਹੈ? ਦੇਖੋ, ਪਹਿਲੀ ਗੱਲ ਤਾਂ ਮੈਂ ਇਹ ਕਰਦਾ ਹਰਪ੍ਰੀਤ ਜੀ ਵੀ ਕੇਂਦਰ ਸਰਕਾਰ ਕੋਲ ਸਰਕਾਰ ਦੇ ਅੰਕੜਿਆਂ ਮੁਤਾਬਕ 4100 ਕਰੋੜ ਰੁਪਇਆ ਲੈਣਾ ਆ। 2000 ਕਹਿੰਦੇ ਨੇ ਏਰੀਆ ਤੇ ਬਾਕੀ ਉਹ ਹੈ, ਔਰ 5000 ਕਰੋੜ ਤੋਂ ਵੱਧ ਦੇਣਦਾਰੀਆਂ ਪੰਜਾਬ ਦੇ ਖਜ਼ਾਨਾ ਦਫ਼ਤਰਾਂ 'ਚ ਪਈਆਂ ਨੇ। ਜੇ ਉਹ ਸਾਰਾ ਆ ਵੀ ਜਾਵੇ ਤੇ ਸਰਕਾਰ ਦੀ ਹਾਲਤ ਪਤਲੀ ਦਿਖਦੀ ਹੈ। ਮੈਂ ਪਹਿਲੀ ਗੱਲ ਇਹ ਕਰੂੰਗਾ ਵੀ ਦੇਖੋ, ਕੋਈ ਵੀ ਸਰਕਾਰ ਪਰਫੈਕਟ ਨਹੀਂ ਹੁੰਦੀ। ਇਹ ਸੰਭਵ ਨਹੀਂਗਾ ਵੀ ਕੋਈ ਵੀ ਸਰਕਾਰ ਜਿਹੜੀ ਹੈ ਪੰਜਾਬ ਦੇ ਸਾਰੇ ਕੱਲੇ ਬੰਦੇ ਨੂੰ ਖੁਸ਼ ਕਰ ਦੇ। ਪਰ ਇਹ ਚਿੰਤਾ ਤੇ ਦੁੱਖ ਵਾਲੀ ਗੱਲ ਇਹ ਹੈ ਵੀ ਜਿਹੜੀ ਬੇਵਿਸ਼ਵਾਸੀ ਹੈ, ਭਾਵੇਂ ਕੋਈ ਸਟੂਡੈਂਟ ਹੈ ਤੇ ਭਾਵੇਂ ਕੋਈ ਬਜ਼ੁਰਗ ਹੈ, ਭਾਵੇਂ ਮੁਲਾਜ਼ਮ ਹੈ, ਇਹ ਸਾਰਿਆਂ ਵਿੱਚ ਇੱਕ ਪ੍ਰਭਾਵ ਚੱਲ ਗਿਆ ਵੀ ਸਰਕਾਰ ਤੇ ਕਿਤੇ ਸਾਡੀ ਗੱਲ ਕਰ ਹੀ ਨਹੀਂ ਰਹੀ। ਔਰ ਉਸ ਤੋਂ ਵੱਡੀ ਹਰਪ੍ਰੀਤ ਜੀ ਜਿਹੜੀ ਐਗਜ਼ੈਂਪਲ ਹੈ, ਪੰਜਾਬ ਕਾਂਗਰਸ ਦੇ 4 ਵਿਧਾਇਕ, ਵੈਸੇ ਤੇ ਕਈ ਨੇ, ਆਪਾਂ 4 ਦੀ ਗੱਲ ਕਰੀਏ, ਜਿਹੜੇ ਜਨਤਕ ਆਏ ਨੇ, ਉਹ ਵੀ ਹਰਪ੍ਰੀਤ ਜੀ ਕੈਪਟਨ ਦੇ ਜ਼ਿਲ੍ਹੇ ਦੇ ਹਲਕੇ ਦੇ, ਉਹਨਾਂ ਦਾ ਇਹ ਕਹਿਣਾ ਵੀ ਪੰਜਾਬ ਵਿੱਚ ਅਫਸਰਸ਼ਾਹੀ ਦਾ ਰਾਜ ਹੈ, ਇੱਕ ਬੜਾ ਕਾਲਾ ਦਾਗ ਲੱਗ ਗਿਆ ਸਰਕਾਰ ਦੇ ਉੱਪਰ। ਇਹਦਾ ਮਤਲਬ ਸਰਕਾਰ ਲੋਕਾਂ ਦੀ ਸਰਕਾਰ ਕਿਉਂ ਬਣਦੀ ਹੈ ਵੀ ਲੋਕਾਂ ਦੀ ਆਵਾਜ਼ ਸੁਣਨ ਵਾਲੀ ਸਰਕਾਰ ਹੋਵੇ, ਅਫਸਰਸ਼ਾਹੀ ਰਾਜ ਨਾ ਕਰੇ। ਜਦੋਂ ਹਰਦਿਆਲ ਸਿੰਘ ਕੰਬੋਜ ਜਿਹੜੇ ਕਹਿੰਦੇ ਵੀ ਮੋਤੀ ਮਹਿਲ ਦੇ ਸਭ ਤੋਂ ਪਿਆਰੇ ਐਮਐਲਏ ਨੇ ਔਰ ਇਸ ਪਰਿਵਾਰ ਦੇ ਸਭ ਤੋਂ ਨਜ਼ਦੀਕੀ ਨੇ, ਉਹਨਾਂ ਦੀ ਗੱਲ ਜਦੋਂ ਸੁਣਦਾ ਕੋਈ ਵੀ ਪੰਜਾਬੀ ਤੇ ਮੈਨੂੰ ਲੱਗਦਾ ਉਹਦੇ ਮਨ ਨੂੰ ਬੜੀ ਦੁੱਖ ਲੱਗਦਾ ਹੋਊਗਾ ਵੀ ਇਹਦਾ ਮਤਲਬ ਸੱਚੀ ਮੁੱਚੀ ਇਹੀ ਜੰਗਲ ਰਾਜ 'ਚ ਬੈਠੇ ਆ। ਦੂਸਰੀ ਗੱਲ, ਜਿਵੇਂ ਇਹਨਾਂ ਨੇ ਦੱਸਿਆ ਹੈ ਟੋਡਰਮਲ ਹੋਣਾ ਨੇ, ਦੇਖੋ ਮੈਂ ਮੁਲਾਜ਼ਮਾਂ ਦੀ ਗੱਲ ਕਰਦਾ, 22% ਮੁਲਾਜ਼ਮਾਂ ਨੂੰ ਡੀਏ ਖਾ ਲਿਆ ਸਰਕਾਰ ਨੇ। ਪੇ ਕਮਿਸ਼ਨ 1 ਜਨਵਰੀ 2016 ਤੋਂ ਡਿਊ ਹੈ। ਜੇ ਆਪਾਂ ਮਿਨੀਮਮ ਲਾਈਏ 15% ਜੇ ਪੇ ਕਮਿਸ਼ਨ ਨੇ ਇੰਕਰੀਜ਼ ਦੇਣਾ, ਮੁਲਾਜ਼ਮ ਪੰਜਾਬ ਦੇ 37% ਤਨਖਾਹਾਂ ਘੱਟ ਲੈ ਰਹੇ ਨੇ। ਇਸੇ ਤਰ੍ਹਾਂ 2.5 ਲੱਖ ਪੈਨਸ਼ਨਰ ਜਿਹੜੇ ਨੇ ਉਹ ਵੀ ਜੇ ਆਪਾਂ 37 ਨਾ ਕਹੀਏ 30% ਪੈਨਸ਼ਨਾਂ ਘੱਟ ਲੈ ਰਹੇ ਨੇ। ਤੇ ਜਦੋਂ ਅੱਜ ਉਹਨਾਂ ਦੇ ਦਿਮਾਗ 'ਚ ਇਹ ਗੱਲ ਜਾਵੇ ਵੀ ਸਾਨੂੰ ਤਨਖਾਹ ਵੀ ਪਤਾ ਨਹੀਂ 1 ਤਰੀਕ ਨੂੰ ਮਿਲਣੀ ਤੇ ਮਿਲਣੀ, ਤੇ ਇਸ ਤੋਂ ਮਾੜੀ ਸਥਿਤੀ ਕੀ ਹੋ ਸਕਦੀ ਹੈ। ਅੱਜ ਖਜ਼ਾਨਾ ਮੰਤਰੀ ਨੇ ਜਿਹੜਾ ਖੁਲਾਸਾ ਕੀਤਾ ਦਿੱਲੀ ਕੇਂਦਰੀ ਮੰਤਰੀ ਵਿੱਤ ਮੰਤਰੀ ਨੂੰ ਮਿਲਣ ਤੋਂ ਬਾਅਦ, ਬੜੀ ਹੈਰਾਨੀ ਹੁੰਦੀ ਹੈ। ਉਹਨੂੰ ਉੱਥੇ ਸਵਾਲ ਵੀ ਹੋਇਆ ਵੀ ਤੁਸੀਂ ਦੱਸੋ ਵੀ ਕੀ ਸਥਿਤੀ ਹੈ, ਕਹਿੰਦੇ ਵੀ ਮੈਂ ਤਾਂ ਬੜਾ ਇੰਪ੍ਰੈਸ ਹੋਇਆ, ਕੇਂਦਰੀ ਮੰਤਰੀ ਜਿਹੜੇ ਨੇ ਬਹੁਤ ਸੰਜੀਦਾ ਨੇ। ਔਰ ਉਹਨਾਂ ਨੇ ਕਹਿਤਾ ਵੀ ਮਨਪ੍ਰੀਤ ਬਾਦਲ ਹੋਣੀ ਕਹਿ ਰਹੇ ਨੇ ਵੀ 2000 ਕਰੋੜ ਰੁਪਈਆ ਜਿਹੜਾ ਏਰੀਅਰ ਹੈ, ਉਹਨਾਂ ਨੇ ਕਹਿਤਾ 18 ਦਸੰਬਰ ਤੋਂ ਪਹਿਲਾਂ ਅਸੀਂ ਪੰਜਾਬ ਭੇਜ ਦਾਂਗੇ। ਫਿਰ ਸਵਾਲ ਕੀਤਾ ਵੀ ਦੂਸਰੇ ਪਾਸੇ ਕਾਂਗਰਸ ਦੇ ਪ੍ਰਧਾਨ ਇਹ ਗੱਲ ਕਹਿੰਦੇ ਨੇ ਵੀ ਅਸੀਂ ਸੁਨੀਲ ਜਾਖੜ ਦੀ ਅਸੀਂ ਦਿੱਲੀ ਜਾ ਕੇ ਧਰਨਾ ਮਾਰਨਾ। ਬੜਾ ਉਹਨਾਂ ਨੇ ਜਿੱਦਾਂ ਉਹਨਾਂ ਦਾ ਢੰਗ ਤਰੀਕਾ, ਕਹਿੰਦੇ ਵੀ ਨਹੀਂ ਹੁਣ ਧਰਨਾ ਮਾਰਨ ਦੀ ਲੋੜ ਹੈ, ਮੈਨੂੰ ਕੇਂਦਰ ਦੀ ਵਿੱਤ ਮੰਤਰੀ ਬਹੁਤ ਚੰਗੀ ਲੱਗਦੀ ਹੈ। ਸੋ ਇਹ ਸਥਿਤੀ ਹੈ, ਇਹ ਬੇਵਿਸ਼ਵਾਸੀ ਹੈ। ਇਸ ਕਰਕੇ ਮੈਂ ਇਹ ਸਮਝਾਂਗਾ ਵੀ ਹਰੇਕ ਵਰਗ ਜਿਹੜਾ ਹੈ ਉਹ ਜੇ ਸੜਕਾਂ ਤੇ ਆ ਗਿਆ ਜਾਂ ਨਹੀਂ ਆਇਆ, ਘਰ ਬੈਠਾ ਵੀ ਬੁਰੀ ਤਰ੍ਹਾਂ ਪਰੇਸ਼ਾਨ ਹੈ ਵੀ ਸਾਡੀ ਸੁਣਵਾਈ ਸਰਕਾਰ ਦੇ ਪ੍ਰਤੀ ਬੇਵਿਸ਼ਵਾਸੀ ਹੈ ਜਿਹੜੀ ਉਹ ਹੈਗੀ ਹੈ। ਇੱਕ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਵਿਚਾਰ ਚਰਚਾ ਜਾਰੀ ਹੈ। ਪੰਜਾਬ ਦੇ ਗੰਭੀਰ ਅਹਿਮ ਮੁੱਦਿਆਂ ਤੇ ਚਰਚਾ ਜਾਰੀ ਹੈ, ਜਿਸ ਦੇ ਵਿੱਚ ਸਰਕਾਰ ਦੇ ਪ੍ਰਤੀ ਬੇਵਿਸ਼ਵਾਸੀ ਹੈ ਲਗਭਗ ਹਰ ਵਰਗ ਦੀ ਹੈ। ਵਰਗਾਂ ਨੂੰ ਛੱਡੋ, ਇੱਥੋਂ ਤੱਕ ਕਿ ਉਹਨਾਂ ਦੀ ਪਾਰਟੀ ਦੇ ਲੀਡਰਾਂ ਦੀ ਬੇਵਿਸ਼ਵਾਸੀ ਆਪਣੀ ਸਰਕਾਰ ਦੇ ਪ੍ਰਤੀ ਕਿਉਂ ਵੱਧ ਰਹੀ ਹੈ, ਇਹ ਜ਼ਿਆਦਾ ਫਿਕਰ ਕਰਨ ਵਾਲੀ ਗੱਲ ਹੈ। ਇਸੇ ਤੇ ਚਰਚਾ ਜਾਰੀ ਹੈ। ਕੋਈ ਸਾਹਿਬ, ਮੈਂ ਉਧਰ ਨਹੀਂ ਜਾਂਦਾ ਕਿ ਚਲੋ ਕੇਂਦਰ ਸਰਕਾਰ ਨੇ ਪੈਸਾ ਦੇਣਾ, GST ਸਹੀ ਤਰ੍ਹਾਂ ਰਿਕਵਰ ਨਹੀਂ ਹੋਇਆ। ਹਾਲਾਂਕਿ ਕੇਂਦਰ ਸਰਕਾਰ ਜੇ ਪੈਸਾ ਪੂਰਾ ਦੇ ਵੀ ਦੇਵੇ, 2100 ਕਰੋੜ ਤੇ 2000 ਕਰੋੜ 4100 ਕਰੋੜ ਦੇ ਵੀ ਦੇਵੇ, ਤਾਂ ਵੀ ਦੇਣਦਾਰੀਆਂ 5000 ਕਰੋੜ ਤੋਂ ਵੱਧ ਨੇ, ਤਾਂ ਵੀ ਦੇਣਦਾਰੀਆਂ ਮੁਕੰਮਲ ਨਹੀਂ ਹੋ ਸਕਦੀਆਂ। ਮੈਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੇ ਆਉਂਦਾ। ਤੁਸੀਂ ਕਹਿੰਦੇ ਹੋ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਹੈਗੀ ਉਹ ਠੀਕ ਹੈਗੀ ਹੈ, ਉਹਦੇ ਤੇ ਤਾਂ ਕਿਸੇ ਤਰ੍ਹਾਂ ਦੇ ਫਾਈਨੈਂਸ਼ੀਅਲ ਦੀ ਲੋੜ ਨਹੀਂ, ਉਹਦੇ ਤੇ ਤਾਂ ਕਿਸੇ ਤਰ੍ਹਾਂ ਦੇ ਪੈਸੇ ਦੀ ਲੋੜ ਨਹੀਂ। ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕਿਉਂ ਖਰਾਬ ਹੈ ਫਿਰ?
ਲਾਅ ਐਂਡ ਆਰਡਰ ਦੀ ਜੋ ਮੇਰਾ ਪਰਸਨਲ ਵਿਊ ਆ ਉਹ ਜੋ ਮੇਰਾ ਨਿੱਜੀ ਹੈਗਾ ਲਾਅ ਐਂਡ ਆਰਡਰ ਸਿਚੁਏਸ਼ਨ ਇਸ ਲਈ ਖਰਾਬ ਆ ਕਿਉਂਕਿ ਅੱਜ ਕੱਲ੍ਹ ਆਪਾਂ ਦੇਖਦੇ ਆ ਵਿਆਹ ਸ਼ਾਦੀਆਂ ਦੇ ਪਿੱਛੇ ਘਟਨਾ ਹੋਈ, ਗੋਲੀਆਂ ਚਲਾ ਰਹੇ ਨੇ। ਇਹ ਜੋ ਕਿ ਮੈਂ ਚਾਹੁੰਦਾ ਜਿਹੜੇ ਆਪਣੇ ਪੰਜਾਬ ਦੇ ਯੂਥ ਆ, ਲੋਕ ਆ, ਇਹ ਪੰਜਾਬੀ ਸਿੰਗਰਸ ਨੂੰ ਬਹੁਤ ਫੋਲੋ ਕਰਦੇ ਨੇ। ਇਹ ਪੰਜਾਬੀ ਸੌਂਗਸ ਜਿਹੜੇ ਪੰਜਾਬੀ ਸਿੰਗਰਸ ਨੇ ਉਹਨਾਂ ਦੇ ਹਰੇਕ ਸੌਂਗ ਦੇ ਗਾਣਿਆਂ ਦੇ ਅੰਦਰ ਹਥਿਆਰਾਂ ਨੂੰ, ਗੋਲੀਆਂ ਨੂੰ ਤੇ ਇੱਕ ਵੂਮਨ ਦੀ ਜਿਹੜੀ ਇਮੇਜ ਆ ਨਾ ਬਹੁਤ ਹੀ ਇੱਕ ਡਿਮੀਨ ਇਮੇਜ ਕੀਤੀ ਹੋਈ ਆ, ਜੋ ਕਿ ਤੇ ਇਹਨਾਂ ਦੇ ਮਿਲੀਅਨ ਫਾਲੋਅਰ ਹੁੰਦੇ ਨੇ ਤੇ ਇਹ ਸਾਰੇ ਉਹਨਾਂ ਨੂੰ ਹੀ ਅਪਣਾਉਂਦੇ ਨੇ, ਉਵੇਂ ਹੀ ਵਾਲਾਂ ਦਾ ਹੇਅਰ ਸਟਾਈਲ ਕਰਾਉਂਦੇ ਨੇ, ਗੋਲੀਆਂ ਚਲਾਉਂਦੇ ਨੇ ਕਿ ਵੀ ਇਹ ਪੰਜਾਬੀ ਜਿਹੜੇ ਗਾਣੇ ਨੇ ਇਹਨਾਂ ਤੇ ਰੋਕ ਆਈ ਜਾਵੇ। ਇਹ ਲਾਅ ਐਂਡ ਆਰਡਰ ਨੂੰ ਇਹ ਵਿਗਾੜਦੇ ਨੇ ਕਿ ਅਸੀਂ ਗੈਂਗਲੈਂਡ ਬਣਿਆ, ਇਹ ਬਣਿਆ, ਉਹ ਬਣੇ। ਇਹ ਬਹੁਤ ਚੀਜ਼ਾਂ ਜੋ ਕਿ ਮੋਈ ਸਾਹਿਬ ਫਿਰ ਸਰਕਾਰ ਕਾਦੇ ਵਾਸਤੇ ਹੈ? ਸਰਕਾਰ ਕਾਦੇ ਵਾਸਤੇ ਮੋਈ ਸਾਹਿਬ? ਕਿੰਨੇ ਲਾ ਰਹੀ ਹੈ ਸਰਕਾਰ ਕਾਦੇ ਵਾਸਤੇ? ਸਰਕਾਰ ਲਾਅ ਲੈ ਕੇ ਆ ਰਹੀ ਆ ਕਿ ਵੀ ਜਿਹੜੇ ਪੰਜਾਬੀ ਸਿੰਗਰਸ ਜਿਹੜੇ ਸੌਂਗਸ ਨੇ, ਜਿਵੇਂ ਆਪਣੀ ਉੱਥੇ ਆਪਣੀ ਇੱਕ ਕਮੇਟੀ, ਇੱਕ ਐਸੋਸੀਏਸ਼ਨ ਬਣੀ ਹੋਵੇ ਜਿਹੜੀ ਕਿ ਸਿੰਗਰਸ ਨੂੰ ਸਕੂਟਨਾਈਜ਼ ਕੀਤਾ ਜਾਵੇ, ਸੌਂਗਸ ਨੂੰ ਸਕੂਟਨਾਈਜ਼ ਕੀਤੀ ਜਾਵੇ ਕਿ ਵੀ ਇਹ ਸੌਂਗ ਨਹੀਂ ਜਾਣੇ। ਚਲੋ ਪਹਿਲਾਂ ਵੀ ਹੁੰਦੇ ਸੀ, ਮੋਈ ਸਾਹਿਬ ਜਿਹੜੇ ਕੇਸਿਸ ਹੋਏ ਨੇ, ਭਾਵੇਂ ਬਟਾਲਾ ਦੇ ਵਿੱਚ ਇੱਕ ਸਰਪੰਚ ਮਾਰਿਆ ਗਿਆ, ਉਹ ਵੀ ਸਿੰਗਰ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਬਟਾਲਾ ਦਾ ਸਰਪੰਚ ਮਾਰਤਾ। ਇੱਕ ਮਿੰਟ ਆਈ ਨਾ, ਮੈਂ ਸੰਗਰੂਰ ਦੇ ਵਿੱਚ ਇੱਕ ਕਤਲ ਹੋਇਆ, ਕੋ ਕੇ ਮਾਰਿਆ ਗਿਆ, ਉਹ ਵੀ ਸਿੰਗਰ ਤੋਂ ਪ੍ਰਭਾਵਿਤ ਹੋ ਕੇ ਮਾਰਿਆ ਗਿਆ। ਡੀਜੇ ਵਾਲਾ ਮਾਰਿਆ ਗਿਆ, ਉਹ ਵੀ ਸਿੰਗਰਸ ਤੋਂ ਪ੍ਰਭਾਵਿਤ ਹੋ ਕੇ ਮਾਰਿਆ ਗਿਆ। ਆਪਾਂ ਕੀ ਗੱਲਾਂ ਕਰ ਰਹੇ ਹਾਂ, ਕਿੱਥੋਂ ਦੀਆਂ ਗੱਲਾਂ ਕਿੱਥੇ ਕਰ ਰਹੇ ਹਾਂ? ਚਲੋ ਮੈਂ ਸਾਰੀਆਂ ਗੱਲਾਂ ਨਾਲ ਸਹਿਮਤ ਹੋ ਜਾਣਾ। ਕੀ ਤੁਹਾਡੇ ਵਿਧਾਇਕ ਵੀ ਸਿੰਗਰਾਂ ਤੋਂ ਪ੍ਰਭਾਵਿਤ ਹੋ ਕੇ ਧਰਨਾ ਮਾਰ ਰਹੇ ਨੇ? ਕੀ ਤੁਹਾਡੇ ਵਿਧਾਇਕ ਜਿਸ ਜ਼ਿਲ੍ਹੇ ਨਾਲ ਤੁਸੀਂ ਸੰਬੰਧ ਰੱਖਦੇ ਹੋ, ਤੁਹਾਡੇ ਤੁਸੀਂ ਵੀ ਪਟਿਆਲਾ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਹੋ, ਉਹ ਵਿਧਾਇਕ ਵੀ ਸਿੰਗਰਾਂ ਤੋਂ ਪ੍ਰਭਾਵਿਤ ਹੋ ਕੇ ਧਰਨਾ ਮਾਰ ਰਹੇ ਨੇ? ਬਿਲਕੁਲ ਵੀ ਨਹੀਂ। ਉਹ ਸਿੰਗਰ ਤਾਂ ਕਦੇ ਧਰਨਾ ਮਾਰਨਗੇ ਵੀ ਨਹੀਂ, ਉਹ ਤਾਂ ਆਪਣੇ ਹਥਿਆਰਾਂ ਦੇ ਗਾਣੇ ਬਣਾਈ ਜਾਂਦੇ ਨੇ। ਚਲੋ ਵਿਧਾਇਕਾਂ ਦੀ ਗੱਲ ਤੇ ਆ ਜਾਓ। ਜੇ ਤੁਸੀਂ ਵਿਧਾਇਕਾਂ ਦੀ ਗੱਲ ਕੀਤੀ ਆ, ਚਿੰਨਾ 1420 ਕਰੋੜ, ਪਟਿਆਲੇ ਚੋਂ ਆਲਮੋਸਟ ਤਕਰੀਬਨ 700 ਕਰੋੜ ਇਹਨਾਂ 4 ਵਿਧਾਇਕਾਂ ਦੇ ਹਲਕਿਆਂ 'ਚ ਅੱਗਿਆ ਡਿਵੈਲਪਮੈਂਟ ਹੋਈ ਆ ਤੇ ਇੱਥੇ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲਿਆ। 3 ਸਾਲਾਂ ਦੇ ਅੰਦਰ ਇਹ ਡਿਵੈਲਪਮੈਂਟ ਹੋਈ ਆ। ਮਤਲਬ ਫਿਰ ਵਿਧਾਇਕ ਝੂਠ ਬੋਲ ਰਹੇ ਨੇ? ਤੁਹਾਡੇ ਚਾਰੋਂ ਵਿਧਾਇਕ ਝੂਠ ਬੋਲ ਰਹੇ ਨੇ? ਫੈਕਟਸ ਬੋਲ ਰਹੇ ਨੇ ਜੀ। ਆਪਣੀ ਹਿੰਦੁਸਤਾਨ ਟਾਈਮ ਦੀ ਕੱਲ ਦੀ ਖਬਰ ਆ। ਇੱਕ ਗੱਲ ਤਾਂ ਕਲੀਅਰ ਕਰੋ ਨਾ, ਤੁਸੀਂ ਫੈਕਟ ਕਹਿ ਰਹੇ ਹੋ, ਜੇ ਫੈਕਟ ਤੁਹਾਡੇ ਕੋਲ ਸਹੀ ਨੇ, ਮੈਂ ਮੰਨ ਲੈਣਾ ਤੁਹਾਡੇ ਫੈਕਟ ਸਹੀ ਨੇ, ਕੀ ਪੰਜਾਬ ਕਾਂਗਰਸ ਦੇ 4 ਵਿਧਾਇਕ ਝੂਠ ਬੋਲ ਰਹੇ ਨੇ, ਜਨਤਾ ਨੂੰ ਗੁੰਮਰਾਹ ਕਰ ਰਹੇ ਨੇ? ਨਹੀਂ, ਉਹ ਤਾਂ ਫਿਰ ਉਹਨਾਂ ਨੂੰ ਪੁੱਛੋ ਨਾ ਕਿ ਝੂਠ ਬੋਲ ਰਹੇ। ਉਹਨਾਂ ਦੀ ਕੋਈ ਗਿਲੇ ਸ਼ਿਕਵੇ ਹੋਣਗੇ, ਉਹ ਬੈਕ ਹੋਣਗੇ ਨਾ, ਆਪਾਂ ਸੜਕਾਂ ਤੇ ਧਰਨੇ ਮਾਰ ਕੇ ਤਾਂ ਹੋਣਗੇ ਨਹੀਂ। ਉਹ ਸਾਰੇ ਹੀ ਆਨਰੇਬਲ ਵਿਧਾਇਕ ਨੇ, 2 to 3 ਟਾਈਮਸ 2 ਤੋਂ 3 ਵਾਰੀ ਵਿਧਾਇਕ ਰਹਿ ਚੁੱਕੇ ਨੇ ਤੇ ਉਹਨਾਂ ਨੂੰ ਹੁਣ ਨਹੀਂ, ਪਹਿਲਾਂ ਵੀ ਚੇਅਰਮੈਨੀਆਂ ਤੇ ਬਿਜਲੀ ਬੋਰਡ 'ਚ ਵੀ ਅਹੁਦੇ ਮਿਲੇ ਨੇ। ਤੇ ਇਹਦਾ ਮਤਲਬ ਇਹ ਥੋੜਾ ਆਪਾਂ ਧਰਨੇ ਮਾਰ ਕੇ ਬਹਿ ਜਾਾਂਗੇ। ਤੇ ਜਦ ਕਿ ਇਹ ਸਾਰਾ ਉਲਟ ਪਾਰਟੀ ਦੇ ਉਲਟ ਗੱਲ ਜਾਂਦੀ ਹੈ, ਪਰ ਉਹਨਾਂ ਦੇ ਹਲਕਿਆਂ 'ਚ ਬਹੁਤ ਡਿਵੈਲਪਮੈਂਟ ਹੋਈ ਆ, ਚਾਹੇ ਉਹ ਆਪਣੀ ਯੂਥ ਦੀ ਹੋਵੇ, ਚਾਹੇ ਉਹ ਸੜਕਾਂ ਦੀ ਹੋਵੇ, ਕਨਾਲ ਦੀ ਹੋਵੇ, ਪਾਣੀ ਦੀ ਹੋਵੇ, ਬਿਜਲੀ ਦੀ ਹੋਵੇ, ਹਰੇਕ ਤਰ੍ਹਾਂ ਡਿਵੈਲਪਮੈਂਟ ਹੋਈ ਆ। ਕਿ ਉਹਨਾਂ ਦੇ ਧਰਨੇ ਬੜੇ ਗਲਤ ਨੇ, ਚੇਅਰਮੈਨੀਆਂ ਨੂੰ ਦਿੱਤੀਆਂ ਗਈਆਂ, ਸਭ ਕੁਝ ਦਿੱਤਾ ਗਿਆ, ਤੇ ਹੁਣ ਉਹਨਾਂ ਦੇ ਖਿਲਾਫ ਕਾਰਵਾਈ ਵੀ ਹੋਏਗੀ। ਫਿਰ ਕਾਰਵਾਈ ਜੋ ਪਾਰਟੀ ਪ੍ਰਧਾਨ ਸਾਹਿਬ, ਜੋ ਪਾਰਟੀ ਆਈਨ ਤੋਂ ਬਾਹਰ ਜਾਊਗਾ ਉਹਦੇ ਅਗੇਂਸਟ ਕਾਰਵਾਈ ਹੋਣੀ। ਚਲੋ ਠੀਕ ਹੈ, ਇੱਕ ਮਿੰਟ ਰੁਕੋ, ਮੈਂ ਰਿਐਕਸ਼ਨ ਲੈ ਲਾਂ। ਰਜਿੰਦਰ ਦੀਪਾ ਹੋਰਾਂ ਤੋਂ ਰਿਐਕਸ਼ਨ ਲੈ। ਦੀਪਾ ਸਾਹਿਬ, ਤੁਸੀਂ ਕਹੀ ਜਾਂਦੇ ਹੋ ਕਿ ਕੋਈ ਸੁਣਦਾ ਨਹੀਂ ਉਹਨਾਂ ਦੀ ਫਰਿਆਦ ਕੋਈ ਨਹੀਂ ਸੁਣਦਾ। ਤੁਹਾਡੇ ਸਾਹਮਣੇ ਕਹਿ ਰਹੇ ਨੇ ਕਿ ਇੰਨੀ ਡਿਵੈਲਪਮੈਂਟ 4 ਦੇ ਵਿਧਾਇਕਾਂ ਦੇ ਜ਼ਿਲ੍ਹੇ ਦੇ ਵਿੱਚ ਹੋਈ ਹੈ, ਇਲਾਕਿਆਂ ਦੇ ਵਿੱਚ ਹੋਈ ਹੈ, ਹੋਰ ਕਿਤੇ ਹੋਈ ਨਹੀਂ। ਜੇ ਸਭ ਕੁਝ ਦੇਣ ਦੇ ਬਾਵਜੂਦ ਤੁਸੀਂ ਧਰਨਾ ਮਾਰਨਾ ਤੇ ਮਾਰੀ ਜੋ। ਫਿਰ ਘੱਟੋ ਘੱਟ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਸੁਣ ਤਾਂ ਸਕਦੇ ਆ, ਉਹਨਾਂ ਨੂੰ ਬਿਠਾਣ। ਵੈਸੇ ਤਾਂ ਉਹਨਾਂ ਦਾ ਪਾਰਟੀ ਦਾ ਮਸਲਾ ਹੈ, ਜਾਂ ਫਿਰ ਦੂਜਾ ਹੀ ਕਾਰਨ ਹੈ ਕਿ 6 ਐਡਵਾਈਜ਼ਰ ਬਣਾਤੇ ਜਿਹੜੇ ਉਹਨਾਂ ਤੋਂ ਜੂਨੀਅਰ ਹੈ, ਜਿਹੜੇ ਦੂਜੀ ਵਾਰੀ ਬਣੇ, ਤੀਜੀ ਵਾਰੀ ਵੀ ਬਣੇ ਹੈ, ਵੀ ਸਾਨੂੰ ਕਿਉਂ ਨਹੀਂ ਐਡਵਾਈਜ਼ਰ ਬਣਾਇਆ, ਸਾਨੂੰ ਕੈਬਨਿਟ ਰੈਂਕ ਨਹੀਂ। ਸਭ ਨੂੰ ਆਪਣੀ ਭੱਜ ਦੌੜ ਪਈ ਹੈ। ਬਿਲਕੁਲ ਮੈਂ ਤਾਂ ਗੱਲ ਮੰਨਦਾ ਕਿ ਪਾਰਲੀਮੈਂਟ ਹਲਕਾ ਪਟਿਆਲਾ ਹੋਵੇ, ਮਹਾਰਾਣੀ ਸਾਹਿਬਾ ਦੇ ਖਾਸ ਹੋਣ, ਮੋਤੀ ਮਹਿਲ ਦੇ ਖਾਸ ਹੋਣ, ਉਹ ਇਹ ਆਵਾਜ਼ ਚੱਕਣ। ਜੇ ਉਹ ਆਵਾਜ਼ ਚੱਕਦੇ ਤੇ ਬਾਕੀ ਜਿਹੜੇ 74 ਹੈ ਉਹਨਾਂ ਦਾ ਕੀ ਹਾਲ ਹੋਊਗਾ? ਤਾਂ ਇਸ ਦਾ ਮਤਲਬ ਜਿਵੇਂ ਉਹ ਕਹਿ ਤਾਂ ਰਹੇ ਅਫਸਰਸ਼ਾਹੀ ਦਾ ਨਾਂ ਲੈ ਰਹੇ ਹੈ, ਪਰ ਉਂਗਲ ਉਹ ਸਿੱਧੀ ਕੈਪਟਨ ਅਮਰਿੰਦਰ ਸਿੰਘ ਤੇ ਉਠਾ ਰਹੇ ਹੈ। ਜਿਵੇਂ ਕਹਿੰਦੇ ਆ ਨਾ, ਕਹਿਣਾ ਧੀ ਨੂੰ ਸੁਣਾਣਾ ਨੋ ਨੂੰ, ਕਹਿ ਬਿਲਕੁਲ ਅਫਸਰਸ਼ਾਹੀ ਕਿਹਨੇ ਚਲਾਣੀ ਹੈ? ਬਿਲਕੁਲ ਪੋਲੀਟੀਕਲ ਲੀਡਰਸ਼ਿਪ ਨੇ ਚਲਾਣੀ। ਅਫਸਰਾਂ ਦਾ ਕੀ ਮਜਾਲ ਹੈ ਕਿ ਉਹ ਪੋਲੀਟੀਕਲ ਲੀਡਰਸ ਦੀ ਗੱਲ ਨਾ ਮੰਨਣ? ਬਿਲਕੁਲ ਬਿਲਕੁਲ ਡਾਇਰੈਕਟਲੀ ਨਾ ਇਨਡਾਇਰੈਕਟਲੀ ਕੈਪਟਨ ਅਮਰਿੰਦਰ ਸਿੰਘ ਤੇ ਉਠਾ ਰਹੇ ਆ। ਉਹ ਕੈਪਟਨ ਅਮਰਿੰਦਰ ਸਿੰਘ ਵੀ ਕੈਪਟਨ ਅਮਰਿੰਦਰ ਸਿੰਘ ਹੈ, ਬਿਲਕੁਲ ਨਹੀਂ ਮਿਲਣਗੇ। ਕੀ ਕਰਨਗੇ? ਰਿਐਕਸ਼ਨ ਮੋਹੀ ਸਾਹਿਬ ਤੋਂ ਵੀ ਲੈ ਲਾ। ਮੋਹੀ ਸਾਹਿਬ, ਫਿਰ ਮੈਂ ਇਕਬਾਲ ਸਿੰਘ ਹੋਰਾਂ ਕੋਲ ਆਣਾ। ਆਮ ਆਦਮੀ ਪਾਰਟੀ, ਆਮ ਆਦਮੀ, ਇੱਕ ਮਿੰਟ ਰਿਐਕਸ਼ਨ ਵੀ ਦੇ ਦਿਓ, ਇੱਕ ਮਿੰਟ ਇਹ ਵੀ ਸੁਣ ਲਓ। ਆਮ ਆਦਮੀ ਪਾਰਟੀ ਇਹ
ਦਾਅਵਾ ਕਰਦੀ ਹੈ ਕਿ ਲਗਭਗ 40 ਜਿਹੜੇ ਵਿਧਾਇਕ ਨੇ ਤੁਹਾਡੇ ਉਹ ਪਾਰਟੀ ਤੋਂ ਨਾਰਾਜ਼ ਨੇ ਤੇ ਉਹਨਾਂ ਦੇ ਸੰਪਰਕ ਦੇ ਵਿੱਚ ਨੇ। ਹੋ ਸਕਦਾ ਕੱਲ ਨੂੰ ਤੁਹਾਡਾ ਤਖਤਾ ਪਲਟ ਕੇ ਉਹ ਸਰਕਾਰ ਆਮ ਆਦਮੀ ਪਾਰਟੀ ਬਣਾ ਲੇ। ਤੁਸੀਂ 4 ਵਿਧਾਇਕਾਂ ਦੀ ਗੱਲ ਕਰਦੇ ਹੋ, ਇੱਥੇ ਤਾਂ 40 ਨਾਰਾਜ਼ ਹੋਏ ਫਿਰਦੇ ਨੇ। ਉਹ ਤਾਂ ਉਹਨਾਂ ਦੇ ਆਮ ਆਦਮੀ ਪਾਰਟੀ ਜੋ ਮਰਜ਼ੀ ਕਹੀ ਹਨ। ਮੈਂ ਤਾਂ ਤੁਹਾਨੂੰ ਇੰਨੀ ਗੱਲ ਦੱਸਦਾ ਜੀ, ਜਿਹੜੇ ਆਪਣੇ ਹਲਕੇ ਪਟਿਆਲਾ ਡਿਸਟ੍ਰਿਕਟ ਦੇ ਅੰਦਰ 7 ਐਮਐਲਏ ਨੇ ਤੇ ਉਹਨਾਂ ਚੋਂ 7 ਆਪਣੀ ਕਨਸਟੀਟਿਊਂਸੀ ਆਉਂਦੀਆਂ ਨੇ, ਆਪਣੇ ਐਮਐਲਏ ਹਲਕੇ ਆਉਂਦੇ ਨੇ, ਜਿਹੜੇ ਬਾਕੀ 3 ਨੇ ਉਹ ਤਾਂ ਬਿਲਕੁਲ ਰਾਜ ਨਹੀਂ ਹੈਗੇ, ਜਦ ਕਿ ਉਹਨਾਂ ਨਾਲੋਂ ਵੱਧ ਡਿਵੈਲਪਮੈਂਟ ਇਹਨਾਂ ਦੇ ਹਲਕਿਆਂ 'ਚ ਹੋਈ ਆ। ਪਹਿਲੀ ਗੱਲ। ਅੱਛਾ, ਤੁਹਾਨੂੰ ਕਾਰਨ ਕੀ ਲੱਗਦਾ ਮੋਈ ਸਾਹਿਬ ਨਾਰਾਜ਼ ਕਿਉਂ ਨੇ? ਉਹ ਕਿਉਂ ਧਰਨਾ ਕਿਉਂ ਮਾਰ ਰਹੇ ਨੇ ਮੋਈ ਸਾਹਿਬ? ਤੁਹਾਨੂੰ ਕਾਰਨ ਕੀ ਲੱਗਦਾ? ਕੈਪਟਨ ਅਮਰਿੰਦਰ ਸਿੰਘ ਸਾਹਿਬ ਚਾਹ ਨਹੀਂ ਪੀਂਦੇ ਉਹਨਾਂ ਨਾਲ? ਕੈਪਟਨ ਅਮਰਿੰਦਰ ਸਿੰਘ ਜਿਹੜੇ ਆਪਣੇ ਸੀਐਮ ਸਾਹਿਬ ਨੇ ਹਰੇਕ ਐਮਐਲਏ ਨਾਲ ਜਾ ਕੇ ਚਾਹ ਪੀ ਲੈਣ। ਉਹ ਆਪਣੇ 40 ਐਮਐਲਏਸ ਨੂੰ ਬੁਲਾਉਂਦੇ ਵੀ ਨੇ, ਮਿਨਿਸਟਰਸ ਨੂੰ ਬੁਲਾਉਂਦੇ ਨੇ, ਪੂਰੀ ਬਿਊਰੋਕ੍ਰੇਸੀ ਨੂੰ ਵੀ ਬੁਲਾਉਂਦੇ ਨੇ ਤੇ ਉਦੋਂ ਉਹਨਾਂ ਨਾਲ ਗਿਲੇ ਸ਼ਿਕਵੇ ਕਰ ਲੈਣ। ਤੇ ਦੂਸਰੀ ਗੱਲ, ਮਹਾਰਾਣੀ ਸਾਹਿਬ ਔਰ ਮੈਂਬਰ ਪਾਰਲੀਮੈਂਟ ਨੇ, ਆਨਰੇਬਲ ਐਮਪੀ ਨੇ, ਉਹਨਾਂ ਨੇ ਆਪਣੇ ਜਿਹੜੇ ਇਹਨਾਂ ਨੇ ਓਐਸਡੀਜ਼ ਦੀ ਗੱਲ ਕੀਤੀ ਹੈ ਕਿ ਵੀ ਕਲਰਕ ਨੇ, ਜੋ ਕਿ ਬਿਲਕੁਲ ਗਲਤ ਗੱਲ ਆ। ਆਫੀਸਰ ਨਾਲ ਸਪੈਸ਼ਲ ਡਿਊਟੀ ਨੇ ਤੇ ਉਹਨਾਂ ਨੇ ਆਪਦੇ ਓਐਸਡੀਜ਼ ਉਹਰੇ ਬਿਠਾਏ ਹੋਏ ਨੇ, 6 ਦਿਨ ਕੰਮ ਕਰਦੇ ਨੇ ਹਫਤੇ 'ਚ। ਤੇ ਵੈਸੇ ਤਾਂ ਪੋਲੀਟੀਕਲ ਬੰਦੇ ਸਾਰਾ ਦਿਨ ਹੀ ਕੰਮ ਕਰਦੇ ਨੇ ਤੇ ਜੋ ਵੀ ਗਿਲੇ ਸ਼ਿਕਵੇ ਨੇ ਉੱਥੇ ਹੁੰਦੇ ਨੇ ਪੂਰੇ, ਕਿਉਂ ਨਹੀਂ ਹੁੰਦੇ? ਬਿਲਕੁਲ ਪਤਾ ਨਹੀਂ ਫਿਰ ਕਿਉਂ ਧਰਨੇ ਲਾ ਰਹੇ ਨੇ, ਸਮਝ ਨਹੀਂ ਆ ਰਹੀ ਵੀ ਗਿਲੇ ਸ਼ਿਕਵੇ ਸਾਰੇ ਦੂਰ ਨੇ, ਧਰਨੇ ਲਾਈ ਜਾਂਦੇ ਨੇ। ਹਾਂਜੀ ਹਾਂਜੀ ਮੋਈ ਸਾਹਿਬ, ਮੈਂ ਆਣਾ ਵਾਪਸ ਤੁਹਾਡੇ ਕੋਲ, 1 ਮਿੰਟ ਆਇਆ ਵਾਪਸ। ਹਾਂਜੀ ਧਰਨੇ ਲਾਉਣ। ਹਾਂ ਇਕਬਾਲ ਸਿੰਘ ਹਰਪ੍ਰੀਤ ਜੀ 1 ਮਿੰਟ, ਮੈਂ ਇਹਨਾਂ ਦਾ ਕਹਿੰਦੇ ਕਿ ਜਿਹੜੇ 7 ਹਲਕੇ ਆ ਪਟਿਆਲੇ ਡਿਸਟ੍ਰਿਕਟ ਦੇ, 4 ਐਮਐਲਏ ਦੀਆਂ ਬਗਾਵਤੀ ਸੁਰਾਂ ਆਪਾਂ ਸੁਣ ਹੀ ਰਹੇ ਹਾਂ। ਬਾਕੀ ਜਿਹੜੇ 3 ਹੈ ਨਾ, ਉਹਨਾਂ 'ਚ 2 ਐਮਐਲਏ ਨਹੀਂ ਹੈਗੇ ਔਰ ਇੱਕ ਜਿਹੜੇ ਹੈਗੇ ਆ ਉਹ ਮੰਤਰੀ ਹੈ। ਹਲਕੀ ਕਰ ਰਹੇ ਉਹ ਨਾਭਾ ਤੋਂ ਮੰਤਰੀ ਹੈ ਜਿਹੜੇ ਆਪਣੇ ਧਰਮਸੋਤ ਜੀ, ਉਹਨਾਂ ਨੂੰ ਮੰਤਰੀਸ਼ਿਪ ਮਿਲਿਆ। ਉਹਨਾਂ ਨੂੰ ਇੱਕ ਸੀਐਮ ਸਾਹਿਬ ਖੁਦ ਨੇ ਲਗਭਗ ਪੂਰਾ ਪਟਿਆਲਾ ਹਲਕੇ ਨਾਰਾਜ਼ ਕਰ ਰਹੇ ਹੈ। ਚਲੋ ਇੱਕ ਮਿੰਟ ਆਨਾ ਮੈਂ ਸੀਐਮ ਸਾਹਿਬ ਇਕਬਾਲ ਸਿੰਘ ਜੀ, ਦਾਅਵੇ ਤੁਹਾਡੀ ਪਾਰਟੀ ਵੀ ਬੜੇ ਕਰ ਰਹੀ ਹੈ ਪਰ ਕਾਂਗਰਸ ਕਹਿੰਦੀ ਹੈ ਫੋਕੇ ਦਾਅਵੇ ਨੇ, ਇਹਨਾਂ ਤਿੰਨਾਂ ਦੇ ਵਿੱਚ ਤੇਲ ਹੈ ਨਹੀਂ। ਦੇਖੋ ਗੱਲ ਇਹ ਹੈ ਵੀ ਬਹੁਤੀ ਲੰਘ ਹੀ ਥੋੜੀ ਰਹਿ ਗਈ। 3 ਸਾਲ ਨਿਕਲ ਗਏ, ਹੁਣ ਸਾਲ ਰਹਿ ਗਏ 2 ਪਿੱਛੇ। 2 ਚੋਂ ਵੀ 6 ਮਹੀਨੇ ਕੱਢ ਦੋ, ਕਿਉਂਕਿ 6 ਮਹੀਨੇ ਪਹਿਲਾਂ ਅਫਸਰ ਕੰਮ ਜਾਬਤਾ ਲੱਗ ਜਾਣਾ, ਮਤਲਬ ਨਹੀਂ ਆਰਡਰ ਨਹੀਂ ਮੰਨਦੇ ਫਿਰ ਕਿਸੇ ਦਾ। 1.5 ਸਾਲ ਰਹਿ ਗਿਆ। ਹੁਣ ਅਸੀਂ ਇਹ ਕਹਿੰਦੇ ਵੀ ਹਾਲਤ ਪੰਜਾਬ ਦੀ ਜਿਹੜੀ ਇੱਥੇ ਤੱਕ ਨਿਘਾਰ ਵੱਲ ਆ ਗਈ, ਜਿਹੜੇ 40 ਨਾਰਾਜ਼ ਹੈ ਘੱਟੋ ਘੱਟ ਉਹ ਤਾਂ ਬਾਹਰ ਆ ਜਾਓ। ਘੱਟੋ ਘੱਟ ਤੁਹਾਡੇ ਤੇ ਸਟੰਪ ਤਾਂ ਨਾ ਲੱਗੂ ਵੀ ਤੁਸੀਂ ਜਦੋਂ ਪੰਜਾਬ ਲੁੱਟ ਰਿਹਾ ਸੀ ਤੁਸੀਂ ਆਰਾਮ ਨਾਲ ਦੇਖ ਰਹੇ ਸੀ, ਉਹ ਤਾਂ ਆਪਣੀ ਇੱਜ਼ਤ ਬਚਾ ਕੇ ਬਾਹਰ ਆ ਜਾਓ। ਇਸ ਕਰਕੇ ਅਸੀਂ ਕਹਿੰਦੇ ਵੀ ਜਿੰਨਾ ਕੁ ਬਚਦਾ ਉਨਾ ਕੁ ਪੰਜਾਬ ਨੂੰ ਬਚਾ ਲਓ। ਅਸੀਂ ਤਾਂ ਅੱਜ ਵੀ ਇਸੇ ਸਰਕਾਰ ਨੂੰ ਕਹਿੰਦੇ ਵੀ ਸਾਡੀ ਐਡਵਾਈਸ ਤਾਂ ਲੈ ਲਓ, ਪਰ ਨਹੀਂ ਲੈਂਦੇ। ਜੇ ਨਹੀਂ ਲੈਂਦੇ, ਜਿਹੜੇ 40 ਨਾਰਾਜ਼ ਹੈ ਘੱਟੋ ਘੱਟ ਉਹ ਤਾਂ ਬਾਹਰ ਆ ਜਾਓ ਯਾਰ। ਉਹ ਕੋਈ ਤਮਾਸ਼ਾ ਦੇਖ ਰਹੇ ਤੁਸੀਂ 40 ਦੀ ਲਿਸਟ ਜਾਰੀ ਕਰ ਦਿਓ ਆਪ। ਨਹੀਂ, ਉਹ ਪਹਿਲਾਂ ਮੀਡੀਆ 'ਚ ਆਈਆਂ ਨਾ, ਆਪਾਂ ਤਾਂ ਉਹਦੇ ਅਕੋਰਡਿੰਗ ਦੀ ਗੱਲ ਕਰ ਸਕਦੇ ਹਾਂ ਨਾ। ਜੋ ਪਹਿਲਾਂ ਜਾ ਕੇ ਇੱਥੇ ਸੋਨੀਆ ਗਾਂਧੀ ਜੀ ਨੂੰ ਚਿੱਠੀਆਂ ਦਿੱਤੀਆਂ 40 ਨੇ ਬਕਾਇਦਾ ਸਾਈਨ ਕਰਕੇ ਮੀਡੀਆ 'ਚ ਆਈਆਂ, ਉਹ ਅਸੀਂ ਤਾਂ ਉਹਨਾਂ ਨੂੰ ਅਪੀਲ ਕਰ ਸਕਦੇ। ਸਾਡੇ ਕੋਲ ਨਾਂ ਥੋੜੀ ਹੈ, ਅਸੀਂ ਤਾਂ ਉਹ ਕਿਉਂ ਉਹ ਤਾਂ ਬਾਹਰ ਆ ਜਾਣ। ਆ ਜਿਹੜੇ 40 ਐਮਐਲਏ ਦੀ ਗੱਲ ਚੱਲਦੀ ਹੈ ਪਾਰਟੀ ਦਾ, ਚਲ ਕਾਂਗਰਸ ਦਾ ਜਾਂ ਆਪ, ਅਸੀਂ ਤਾਂ ਪਹਿਲਾਂ ਹੀ ਕਹਿੰਦੇ ਆ ਕਿ ਆਪ ਇਹਨਾਂ ਦੀ ਬੀ ਟੀਮ ਹੈ। ਦੂਜੀ ਇੱਥੇ ਤੱਕ ਗੱਲ ਹੈ 40 ਨਾਲ ਸਰਨਾ ਨਹੀਂ, ਘੱਟੋ ਘੱਟ 52 ਚਾਹੀਦੇ ਆ। 2/3 ਤੋੜੋਗੇ ਤਾਂ ਜਾ ਕੇ ਬਣਦੀ ਹੈ ਸਰਕਾਰ। ਔਰ ਮੋਰ ਓਵਰ ਇਹ ਆਮ ਆਦਮੀ ਪਾਰਟੀ ਦੀ ਗੱਲ ਨਹੀਂ, ਇਹਨਾਂ ਦਾ ਇੱਕ ਸਿੰਗਲ ਐਮਐਲਏ ਉਹ ਪਤਾ ਨਹੀਂ ਕਿਸ ਵਾਸਤੇ ਬੈਟਿੰਗ ਕਰ ਰਿਹਾ, ਕਹਿੰਦੇ ਵਾਸਤੇ ਬੈਟਿੰਗ ਕਰ ਰਿਹਾ, ਉਹੀ ਗੱਲ ਕਰ ਰਿਹਾ। ਇਹਨਾਂ ਦੇ ਭਗਵੰਤ ਮਾਨ ਦੀ ਕੋਈ ਸਟੇਟਮੈਂਟ ਨਹੀਂ, ਇਹਨਾਂ ਦੇ ਜਿਹੜਾ ਲੀਡਰ ਆਪੋਜੀਸ਼ਨ ਹੈ ਮਿਸਟਰ ਚੀਮਾ, ਉਹਨਾਂ ਦੀ ਕੋਈ ਸਟੇਟਮੈਂਟ ਨਹੀਂ, ਬਾਕੀ ਕਿਸੇ ਐਮਐਲਏ ਦੀ ਕੋਈ ਸਟੇਟਮੈਂਟ ਨਹੀਂ। ਇੱਕ ਐਮਐਲਏ ਜ਼ਰੂਰ ਇੱਕ ਲਾ ਰਿਹਾ, ਚੰਗੀ ਗੱਲ ਹੈ ਆਪਣੀ, ਉਹਨਾਂ ਨੂੰ ਹੋ ਸਕਦਾ ਉਹਨਾਂ ਦੀ ਕਿਸੇ ਨਾਲ ਗੱਲ ਹੋ ਰਹੀ ਹੋਵੇ, ਪਰ ਉਹਦੇ ਲਈ 40 ਨਾਲ ਨਹੀਂ ਸਰਨਾ, 52 ਨਾਲ ਸਰੂ। 2/3 ਤੋੜਨੇ ਪੈਣੇ। ਔਰ ਮੋਰ ਓਵਰ ਕਾਂਗਰਸ ਵਾਲਿਆਂ ਨੇ ਤੋੜਨਾ ਹੋਇਆ ਉਹ ਲੀਡਰਸ਼ਿਪ ਦਾ ਰੋਲਾ। ਆਈ ਨੋ ਇਹਨਾਂ ਦੇ ਪਿਛਲਾ 1.5 ਸਾਲ ਜਦੋਂ ਰਹਿ ਜਾਂਦਾ ਹੈ ਨਾ, ਇਹ ਲੀਡਰਸ਼ਿਪ ਦਾ ਰੋਲਾ ਉਦੋਂ ਪੈਂਦਾ ਹੀ ਹੁੰਦਾ। ਦਿੱਲੀ ਜਾਂਦੇ, ਪਰ ਇਸ ਵੇਲੇ ਦੁੱਖ ਦੀ ਗੱਲ ਹੈ ਕਿ ਦਿੱਲੀ ਵਾਲਿਆਂ ਦੇ ਹੱਥ ਪੱਲੇ ਕੁਝ ਨਹੀਂ। ਹਾਈ ਕਮਾਂਡ ਆਪ ਵਿਚਾਰੀ ਹਾਈ ਕਮਾਂਡ ਵਰਗੀ ਨਹੀਂ ਰਹੀ। ਇਸ ਵਾਸਤੇ ਕੀ ਸੋਚਦੇ ਆ ਕੀ ਨਹੀਂ ਕਰਦੇ, ਇਸ ਤਰ੍ਹਾਂ ਹੀ ਚੱਲਦਾ ਰਹਿਣਾ। ਬਾਕੀ ਆ ਕੁਝ ਹੋਣਾ ਨਹੀਂ ਜਿਹੜਾ 40 ਵਾਲੀ ਗੱਲ ਕਰਦੇ। ਬਾਕੀ ਵਿਰੋਧੀ ਧਿਰਾਂ ਬੋਲਣ, ਆਮ ਆਦਮੀ ਪਾਰਟੀ ਬੋਲੇ, ਅਕਾਲੀ ਦਲ ਬੋਲੇ, ਬੀਜੇਪੀ ਬੋਲੇ, ਸਮਝ ਆਉਂਦੀ ਹੈ। ਪਰ ਜਦੋਂ ਪਾਰਟੀ ਦੇ ਚੁਣੇ ਹੋਏ ਨੁਮਾਇੰਦੇ ਵਿਧਾਇਕ ਬੋਲਣ ਔਰ ਉਹ ਵੀ ਓਪਨ ਦੇ ਵਿੱਚ ਬੋਲਣ, ਤੇ ਤੁਹਾਨੂੰ ਲੱਗਦਾ ਕਿ ਪਾਰਟੀ ਦੇ ਲਈ ਕਿੰਨਾ ਕੁ ਗੰਭੀਰ ਸਥਿਤੀ ਬਣਦੀ ਹੈ ਜਾਂ ਗੰਭੀਰਤਾ ਵਾਲੀ ਗੱਲ ਹੋਵੇਗੀ, ਜਾਂ ਫਿਰ ਤੁਹਾਨੂੰ ਲੱਗਦਾ ਕਿ ਉਹ ਸਿਰਫ ਇਸ ਕਰਕੇ ਓਪਨਲੀ ਬੋਲਦੇ ਨੇ ਕਿ ਉਹਨਾਂ ਦੀ ਫਰਿਆਦ ਸੁਣੀ ਜਾਵੇ ਔਰ ਜਲਦੀ ਮਸਲੇ ਹੱਲ ਹੋ ਜਾਣ ਜਿਹੜੇ ਪਾਰਟੀ ਦੇ ਅੰਦਰ ਗੱਲ ਚੁੱਕੇ ਸ਼ਾਇਦ ਨਹੀਂ ਹੋ ਪਾਉਂਦੇ? ਦੇਖੋ, ਇੰਨੀ ਮਾੜੀ ਸਥਿਤੀ ਹੈ ਕਾਂਗਰਸ ਦੀ। ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਉਹ 2-3 ਵਾਰੀ ਜਿਹੜੇ ਨਾਰਾਜ਼ ਵਿਧਾਇਕ ਨੇ ਉਹਨਾਂ ਨੂੰ ਮਿਲ ਚੁੱਕੇ ਨੇ ਔਰ ਕਹਿ ਚੁੱਕੇ ਨੇ ਵੀ ਉਦੋਂ ਕੈਪਟਨ ਸਾਹਿਬ ਬਾਹਰ ਸੀ, ਵਿਦੇਸ਼ 'ਚ ਸੀ, ਜਦੋਂ ਆਉਣਗੇ ਉਹਨਾਂ ਨਾਲ ਮੈਂ ਗੱਲ ਕਰਾ ਦੂੰਗਾ। ਪਤਾ ਇਹ ਲੱਗ ਰਿਹਾ ਵੀ ਉਹਨਾਂ ਨੇ ਕਾਫੀ ਯਤਨ ਕੀਤੇ, ਪਰ ਅੱਜ ਤੱਕ ਕਾਂਗਰਸ ਦੇ ਹੁਕਮਰਾਨ ਪਾਰਟੀ ਦੇ ਪ੍ਰਧਾਨ ਦੀ ਵੀ ਕੈਪਟਨ ਸਾਹਿਬ ਨਾਲ ਇਸ ਮੁੱਦੇ ਤੇ ਮੁਲਾਕਾਤ ਨਹੀਂ ਹੋ ਸਕੀ। ਇਸ ਤੋਂ ਵੱਡੀ ਮੈਂ ਸਮਝਦਾ ਵੀ ਕਾਂਗਰਸ ਦੇ ਵਿੱਚ
ਉਹਨੂੰ ਬਗਾਵਤ ਕਹਿ ਲਓ, ਉਹਨੂੰ ਇਹ ਨਾਰਾਜ਼ਗੀ ਕਹਿ ਲਓ, ਕੀ ਹੋ ਸਕਦੀ ਹੈ। ਪਰ ਇੱਕ ਗੱਲ ਬਹੁਤ ਕਲੀਅਰ ਹੈ ਹਰਪ੍ਰੀਤ ਜੀ, ਜੇ ਕੈਪਟਨ ਕੋਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਕੋਲ ਆ ਜਿਹੜੇ 79-80 MLA ਨਾ ਹੁੰਦੇ ਤੇ ਮੈਨੂੰ ਲੱਗਦਾ ਸਥਿਤੀ ਹੋਰ ਹੋਣੀ ਸੀ, ਕਿਉਂਕਿ ਬੜਾ ਸਾਫ਼ ਹੈ ਇਹ ਹੈ ਵੀ ਕੁਛ ਉਹਨਾਂ ਦੇ ਨਾਲ ਜੁੜੇ ਨੇ ਬੰਦੇ ਜਿਹੜੇ ਬਗਾਵਤ ਕਰ ਰਹੇ ਨੇ, ਜਿਹੜੇ ਇਹ ਨਹੀਂ ਕਿ ਚਾਰ ਨੇ, ਇਹ ਚ ਬੜੀ ਸਾਫ਼ ਗੱਲ ਹੈ। ਆਮ ਅਸੀਂ ਜਦੋਂ ਬਤੌਰ ਜਰਨਲਿਸਟ ਮਿਲਦੇ ਆ ਕਈ MLA ਨੂੰ ਤੇ ਉਹਨਾਂ ਦੇ ਮਨ ਚੋਂ ਜਿਹੜੀ ਭੜਾਸ ਨਿਕਲਦੀ, ਹੈਰਾਨ ਰਹਿ ਜੀਦਾ ਜੋ ਸ਼ਬਦ ਸਾਨੂੰ ਦੱਸਦੇ ਨੇ ਵੀ ਸਾਡੇ ਨਾਲ ਕੀ ਬੀਤ ਰਹੀ ਹੈ। ਸੋ ਜਦੋਂ ਕਾਂਗਰਸ ਦੇ MLA ਤੇ ਜਿਹੜੇ ਲੀਡਰ ਨੇ ਉਹ ਮਹਿਸੂਸ ਕਰਨ ਵੀ ਸਾਨੂੰ ਤੇ ਫੀਲਿੰਗ ਨਹੀਂ ਆਈ ਵੀ ਸਰਕਾਰ ਜਿਹੜੀ ਕਾਂਗਰਸ ਦੀ ਹੈ ਤੇ ਆਮ ਲੋਕਾਂ ਦਾ ਕੀ ਹਾਲ ਹੋਊਗਾ। ਪਰ ਆਪਾਂ ਜੇ ਆਮ ਲੋਕਾਂ ਦੀ ਗੱਲ ਕਰੀਏ, ਇਹਨਾਂ ਨੇ ਥੋੜੀ ਟੋਡਰਮਲ ਉਹਨਾਂ ਨੇ ਗੱਲ ਕੀਤੀ ਸੀ ਘਰ ਘਰ ਰੁਜ਼ਗਾਰ ਦੀ, ਇੰਨਾ ਗੰਭੀਰ ਮੁੱਦਾ ਹੈ। ਲੋਕਾਂ ਨੂੰ ਹੁਣ ਇਹ ਦਿਸਣ ਲੱਗ ਪਿਆ ਬੇਰੁਜ਼ਗਾਰਾਂ ਨੂੰ ਵੀ ਸਾਨੂੰ ਰੁਜ਼ਗਾਰ ਮਿਲਣਾ ਹੀ ਨਹੀਂਗਾ। ਉਹ ਸਥਿਤੀ ਇਹ ਬਣ ਗਈ, ਆਪਾਂ ਬਹੁਤ ਪਹਿਲਾਂ ਵੀ ਗੱਲ ਕੀਤੀ ਕਈ ਵਾਰੀ, ਲੇਅਰ ਇੱਥੋਂ ਤੱਕ ਆ ਗਈ ਹੈ। ਪਹਿਲੋਂ ਬੇਰੁਜ਼ਗਾਰੀ ਦੂਰ ਕਰਨ ਲਈ ਮਾਪੇ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਸੀ, ਹੁਣ ਇਹ ਗੱਲ ਆ ਗਈ ਵੀ ਜੇ ਮੇਰਾ ਬੱਚਾ ਆਪਣੇ ਘਰ ਰਿਹਾ, ਆਪਣੇ ਪਿੰਡ ਰਿਹਾ, ਆਪਣੇ ਪੰਜਾਬ 'ਚ ਰਿਹਾ, ਇਹ ਨਸ਼ੇੜੀ ਬਣ ਜਾਊਗਾ, ਇਹ ਗੈਂਗਸਟਰ ਬਣ ਜਾਊਗਾ, ਇਹ ਕਿਸੇ ਦੀ ਗੋਲੀ ਦਾ ਸ਼ਿਕਾਰ ਹੋ ਜਾਊਗਾ। ਉਹ ਕਰਜ਼ੇ ਚੱਕ ਕੇ ਉਹਨਾਂ ਨੂੰ ਬਾਹਰ ਭੇਜ ਰਹੇ ਨੇ। ਔਰ ਪੰਜਾਬ ਸਰਕਾਰ ਜਿਹੜੀ ਹੈ ਉਹ ਖੁਦ ਇੱਕ ਇਦਾਂ ਦਾ ਵਿੰਗ ਬਣਾ ਰਹੀ ਹੈ, ਉਹ ਪੰਜਾਬ ਦੇ ਜਿਹੜੇ ਬੇਰੁਜ਼ਗਾਰਾਂ ਨੂੰ ਦੱਸੇਗੀ ਵੀ ਵਿਦੇਸ਼ ਕਿਵੇਂ ਜਾਣਾ, ਉਹਦੇ ਲਈ ਇੱਕ ਨਵਾਂ ਸੈੱਲ ਵੀ ਬਣਾ ਰਹੀ ਹੈ। ਇਹ ਤੋਂ ਵੱਡੀ ਤਰਾਸਦੀ ਲਈ ਗੱਲ ਕੀ ਹੈ, ਜਦੋਂ ਤੁਸੀਂ ਕਹਿੰਦੇ ਆ ਕਿ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੋ, ਆਪਣੇ ਮੁਲਕ ਦੇ ਲਈ ਤਰੱਕੀ ਲਈ ਕੰਮ ਕਰੋ, ਤੁਸੀਂ ਆਪਣੇ ਸੂਬੇ ਲਈ ਕੰਮ ਕਰੋ, ਤੇ ਇੱਕ ਪਾਸੇ ਅਸੀਂ ਉਹਨਾਂ ਨੂੰ ਇਹ ਦੱਸੀਏ ਕਿ ਤੁਸੀਂ ਬਾਹਰ ਕਿਵੇਂ ਜਾਣਾ ਹੈ ਔਰ ਬਾਹਰ ਜਾ ਕੇ ਤੁਸੀਂ ਆਪਣਾ ਭਵਿੱਖ ਕਿਵੇਂ ਸੁਰੱਖਿਅਤ ਕਰ ਸਕਦੇ ਹੋ। ਔਰ ਜਰਾ ਅੰਕੜੇ ਛਾਂਟ ਲਈਏ ਤਾਂ ਲਗਭਗ 1 ਤੋਂ 1.5 ਲੱਖ ਬੱਚਾ ਰੋਜ਼ ਆਇਲਸ ਕਰਨ ਦੇ ਲਈ ਸਵੇਰੇ ਆਪਣੇ ਘਰੋਂ ਨਿਕਲਦਾ ਹੈ। ਤਾਂ ਤੁਸੀਂ ਹਿਸਾਬ ਲਾ ਲਓ, ਜੇ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚੋਂ ਤਜਾਰਤ ਹੁੰਦੀ ਰਹੀ ਤਾਂ ਬੁੱਢਿਆਂ ਦਾ ਰਹਿ ਜਾਣਾ ਸਾਡਾ ਸੂਬਾ। ਇੱਕ ਗੱਲ ਜਿਹੜੀ ਹਰਦੀਪ ਟੋਡਰਪੁਰ ਜੀ ਵਾਰ-ਵਾਰ ਆਉਂਦੀ ਹੈ ਕਿ ਸਰਕਾਰ ਕਹਿੰਦੀ ਹੈ ਕਿ ਅਸੀਂ ਵਾਅਦੇ ਜ਼ਰੂਰ ਕੀਤੇ ਮੁਲਾਜ਼ਮਾਂ ਦੇ ਨਾਲ ਔਰ ਜਿਸ ਹੱਦ ਤੱਕ ਕਰ ਸਕਦੇ ਸੀ ਅਸੀਂ ਪੂਰੇ ਕੀਤੇ ਵੀ, ਪਰ ਹੁਣ ਜੇ ਸਾਡੇ ਕੋਲ ਮਾਲੀਆ ਹੀ ਹੈ ਨਹੀਂ, ਜੇ ਸਾਡੇ ਕੋਲ ਤੁਹਾਡੀਆਂ ਤਨਖਾਹਾਂ ਦੇਣ ਦੇ ਲਈ ਜੇ ਤੁਹਾਨੂੰ ਰੈਗੂਲਰ ਕੀਤਾ ਜਾਂਦਾ ਹੈ, ਰੈਗੂਲਰ ਕਰਨ ਤੋਂ ਬਾਅਦ ਤੁਹਾਡੀਆਂ ਸਾਰੀਆਂ ਸੇਵਾਵਾਂ ਉਸੇ ਤਰ੍ਹਾਂ ਦੇਣੀਆਂ ਪੈਣੀਆਂ, ਤੁਹਾਨੂੰ TA DA ਸਾਰੇ ਫੰਡ ਦੇਣੇ ਪੈਣੇ ਨੇ, ਤੁਹਾਡੀ ਪੈਨਸ਼ਨ ਲਾਣੀ ਪੈਣੀ ਹੈ, ਉਹ ਪੈਸਾ ਅਸੀਂ ਲੈ ਕੇ ਕਿੱਥੋਂ ਆਈਏ ਫਿਰ? ਇੱਕ ਗੱਲ ਕਹਿਣੀ ਚਾਹਾਂਗੇ ਜੀ ਕਿ ਖਰਾਬ ਆਰਥਿਕ ਹਾਲਤ ਦਾ ਭਾਂਡਾ ਮੁਲਾਜ਼ਮਾਂ ਦੇ ਸਿਰ ਹੀ ਕਿਉਂ ਭੰਨਿਆ ਜਾਣਾ ਹੈਗਾ। ਉਸ ਦੇ ਲਈ ਵਿਧਾਇਕਾਂ ਦੇ ਉੱਤੇ, ਇਹਨਾਂ ਦੇ ਆਪਣੇ ਮਿਨਿਸਟਰਾਂ ਦੇ ਉੱਤੇ, ਖੁਦ CM ਦੇ ਉੱਤੇ, ਉਹਨਾਂ ਦੇ ਉੱਤੇ ਕੋਈ ਕੱਟ ਨਹੀਂ ਹੈ ਤਨਖਾਹ ਦਾ। ਉਹਨਾਂ ਨੂੰ ਤਨਖਾਹਾਂ ਵੀ ਅਪ ਟੂ ਡੇਟ, ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਵੀ, ਉਹਨਾਂ ਲਈ 4-4 ਪੈਨਸ਼ਨਾਂ ਵੀ, 5-5 ਪੈਨਸ਼ਨ, ਤੇ ਉਹਨਾਂ ਲਈ ਹੋਰ ਬਹੁਤ ਕੁਝ ਹੈਗਾ, ਕੈਬਨਿਟ ਰੈਂਕ ਦਿੱਤੇ ਜਾ ਰਹੇ ਹੈਗੇ ਨੇ। ਉਸ ਪਾਸੇ ਬਿਲਕੁਲ ਨਹੀਂ ਝੱਕਣਾ। ਦੂਜੀ ਗੱਲ, ਜਦੋਂ ਇਹ ਵਾਅਦੇ ਕਰ ਰਹੇ ਸੀ ਉਸ ਸਮੇਂ ਲੋਕ ਸਵਾਲ ਕਰਦੇ ਸੀ ਕਿ ਤੁਸੀਂ ਵਾਅਦੇ ਪੂਰੇ ਕਿਵੇਂ ਕਰੋਗੇ। ਉਦੋਂ ਇਹਨਾਂ ਨੇ ਗੱਲ ਕੀਤੀ ਸੀ ਕਿ ਅਸੀਂ ਮਾਈਨਿੰਗ ਦੇ ਵਿੱਚ, ਰੇਤੇ ਬਾਜਰੀ ਦੇ ਕਾਰੋਬਾਰ ਦੇ ਵਿੱਚ ਭ੍ਰਿਸ਼ਟਾਚਾਰ ਹੁੰਦਾ ਉਹਨੂੰ ਕਾਬੂ ਕਰਾਂਗੇ, ਅਸੀਂ ਟਰਾਂਸਪੋਰਟ ਦੇ ਵਿੱਚ ਟਰਾਂਸਪੋਰਟ ਮਾਫੀਏ ਨੂੰ ਕਾਬੂ ਕਰਾਂਗੇ। ਜਿੱਥੋਂ ਜਿੱਥੋਂ ਇਨਕਮ ਜਨਰੇਟ ਹੋਣੀ ਸੀ ਉੱਥੇ ਉੱਥੇ ਇਹਨਾਂ ਨੇ ਇਨਕਮ ਜਨਰੇਟ ਕਰਨ ਲਈ ਕੁਝ ਵੀ ਨਹੀਂ ਕੀਤਾ ਹੈ। ਉੱਥੋਂ ਕੋਈ ਮਾਲੀਆ ਵਧਿਆ ਹੋਵੇ, ਕੋਈ ਰੈਵਨਿਊ ਵਧਿਆ ਹੋਵੇ, ਇਹ ਕਿਤੇ ਨਹੀਂ ਨਜ਼ਰ ਆਉਂਦਾ। ਅਗਲੀ ਗੱਲ, ਅੱਜ ਮਨਪ੍ਰੀਤ ਬਾਦਲ ਜੀ ਇਹ ਤਾਂ ਕਹਿ ਰਹੇ ਨੇ ਕਿ ਸੈਂਟਰ ਵੱਲੋਂ ਸਾਨੂੰ ਪੈਸੇ ਨਹੀਂ ਮਿਲ ਰਹੇ, ਪਰ ਜਦੋਂ GST ਲਾਗੂ ਕੀਤਾ ਜਾ ਰਿਹਾ ਸੀ ਤਾਂ ਸਭ ਤੋਂ ਅੱਗੇ ਹੋ ਕੇ ਸਵਾਗਤ ਕਰਨ ਵਾਲੇ ਵੀ ਮਨਪ੍ਰੀਤ ਬਾਦਲ ਜੀ ਸੀ। ਸੋ ਮੁਲਾਜ਼ਮਾਂ ਦੇ ਉੱਤੇ ਜਾਂ ਬਾਕੀ ਸਮਾਜ ਦੇ ਵਰਗ ਦੇ ਉੱਤੇ ਜੇ ਸਰਕਾਰਾਂ ਭਾਰ ਪਾਉਂਦੀਆਂ ਨੇ ਤਾਂ ਉਹ ਸਿਰਫ ਤੇ ਸਿਰਫ ਆਮ ਲੋਕਾਂ ਦੇ ਉੱਤੇ ਪਾਉਂਦੀਆਂ ਨੇ। ਇਹਨਾਂ ਦੇ ਆਪਣੇ ਕਾਰੋਬਾਰ ਉਸੇ ਤਰ੍ਹਾਂ ਚੱਲਦੇ ਨੇ, ਪ੍ਰਫੁੱਲਤ ਹੁੰਦੇ ਨੇ, ਤੇ ਫਿਰ 5 ਸਾਲਾਂ ਬਾਅਦ ਝੂਠੇ ਵਾਅਦੇ ਕਰਨ ਦੇ ਲਈ ਇਹ ਤਿਆਰ ਹੋਣਗੇ ਆਉਣ ਵਾਲੇ ਸਾਲ 1.5 ਸਾਲ ਤੱਕ। ਉਮੀਦ ਕੀ ਹੈ ਟੋਡਰਪੁਰ ਜੀ, ਮਸਲੇ ਹੱਲ ਹੋ ਪਾਣਗੇ ਤੁਹਾਡੇ? ਦੇਖੋ ਜੀ, ਸਾਨੂੰ ਇਹ ਲੱਗਦਾ ਲੰਗੀ ਥੋੜੀ ਰਹਿ ਗਈ ਹੁਣ, ਸਾਨੂੰ ਇਹ ਲੱਗਦਾ ਦੇਖੋ ਇਹ ਸਰਕਾਰ ਚਲੀ ਜਾਊਗੀ, ਅਗਲੀ ਸਰਕਾਰ ਦੇ ਸਾਹਮਣੇ ਵੀ ਚੁਣੌਤੀਆਂ ਘੱਟ ਨਹੀਂ ਹੋਣੀਆਂ। ਤੇ ਸਾਡੇ ਸਾਹਮਣੇ ਅਸੀਂ ਪਿਛਲੀ ਸਰਕਾਰ 'ਚ ਵੀ ਵੇਖਿਆ, ਹੁਣ ਵੀ ਵੇਖਿਆ ਕਿ ਜਦੋਂ ਅਸੀਂ ਸਟਰਗਲ ਕਰਦੇ ਹੈਗੇ ਆ, ਉਹ ਸਟਰਗਲ ਦੇ ਵਿੱਚੋਂ ਥੋੜਾ ਬਹੁਤ ਸਾਨੂੰ ਪ੍ਰਾਪਤ ਹੋ ਜਾਂਦਾ ਹੈਗਾ, ਨਹੀਂ ਸਰਕਾਰਾਂ ਇਗਨੋਰ ਕਰਨ ਲੱਗੀਆਂ ਨੇ। ਰਹੀ ਗੱਲ ਪੈਸੇ ਦੀ, ਸਾਨੂੰ ਜਿੰਨੀ ਤਨਖਾਹ ਅਸੀਂ ਲੈਂਦੇ ਸੀ ਉਸ ਤੇ ਹੀ ਰੈਗੂਲਰ ਹੋਣ ਲਈ ਤਿਆਰ ਸੀ। ਅੱਜ ਵੀ ਜਿੰਨੇ ਕੰਟਰੈਕਟ ਵਾਲੇ ਨੇ ਉਸੇ ਤਨਖਾਹ ਤੇ ਕੰਮ ਕਰਨ ਨੂੰ ਤਿਆਰ ਹੈਗੇ ਨੇ। ਜਿੱਥੇ ਪੈਸਾ ਨਹੀਂ ਵੀ ਲੱਗਣਾ ਹੁੰਦਾ ਉਸ ਜਗ੍ਹਾ ਤੇ ਵੀ ਸਰਕਾਰ ਆਵਾਜ਼ ਨਹੀਂ ਸੁਣ ਰਹੀ। ਅਗਲੀ ਹੈਰਾਨੀ ਦੀ ਗੱਲ ਹੋਰ ਕਿ ਜਿਹੜਾ ਇੱਕ ਵਿਚਾਰ ਵਾਰ-ਵਾਰ ਆਉਂਦਾ ਕਿ ਅਫਸਰਸ਼ਾਹੀ ਰਾਜ ਕਰ ਰਹੀ ਹੈ। ਅਸੀਂ ਮੁੱਖ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਸਾਨੂੰ ਸੁਰੇਸ਼ ਕੁਮਾਰ ਜੀ ਮਿਲਦੇ ਰਹੇ, ਹੁਣ ਸਿੱਖਿਆ ਮੰਤਰੀ ਜੀ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਆ
ਤਾਂ ਕੱਲ ਹੀ ਸਾਨੂੰ ਸਮਾਂ ਦਿੱਤਾ ਸੀ ਅਧਿਆਪਕ ਜਥੇਬੰਦੀ ਨੂੰ ਬਜਿੰਦਰ ਸਿੰਘਲਾ ਜੀ ਨੇ, ਉਹ ਸਮਾਂ ਉਹਨਾਂ ਨੇ ਦੇ ਕੇ ਇੱਥੇ ਸਾਨੂੰ ਮਿਲੇ ਨਹੀਂ। ਇਹ ਅਧਿਆਪਕ ਆਗੂਆਂ ਦਾ ਜਾਂ ਜਿਹੜੇ ਟੀਚਰ ਵੀ ਨੇ ਨਾਲ ਉਹਨਾਂ ਦਾ ਵੀ ਨੁਕਸਾਨ ਆ, ਬੱਚਿਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਆ, ਤੇ ਸਰਕਾਰ ਦੀ ਕ੍ਰੈਡੀਬਿਲਿਟੀ ਤੇ ਵੀ ਸਵਾਲ ਹੁੰਦਾ ਕਿ ਡੀਸੀ ਦਫ਼ਤਰ ਸੰਗਰੂਰ ਵੱਲੋਂ ਟਾਈਮ ਦਿੱਤਾ ਜਾਂਦਾ ਹੈਗਾ ਤੇ ਉੱਥੇ ਜਾ ਕੇ ਮੰਤਰੀ ਜੀ ਮਿਲਦੇ ਨਹੀਂ ਹੈ, ਤਾਂ ਇਸ ਲਈ ਕੌਣ ਜ਼ਿੰਮੇਵਾਰ ਆ, ਉਸ ਦੇ ਉੱਤੇ ਕੀ ਕਾਰਵਾਈ ਆ? ਜਿੱਥੇ ਜਿੱਥੇ ਪੈਸਾ ਨਹੀਂ ਲੱਗਣਾ ਹੈਗਾ ਉਹ ਕੰਮ ਵੀ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ, ਜਿਸ ਕਰਕੇ ਮਾਮਲੇ ਹੋਰ ਗੁੰਝਲਦਾਰ ਬਣਦੇ ਜਾ ਰਹੇ। ਠੀਕ ਹੈ ਮੋਹੀ ਸਾਹਿਬ, ਇੱਕ ਮੇਰਾ ਆਖਰੀ ਸਵਾਲ ਹੈ ਤੁਹਾਨੂੰ, ਮੈਂ ਫਿਰ ਵਾਈਂਡ ਅਪ ਕਰਾਂਗਾ। ਮੈਂ ਪਹਿਲਾਂ ਦੋ ਗੱਲਾਂ ਤੇ ਬੋਲਣਾ ਚਾਹੁੰਦਾ ਜੀ। ਜਰੂਰ। ਹਾਂਜੀ, ਇੱਕ ਤਾਂ ਜਿਹੜੇ ਆ ਐਮਐਲਏ ਦੀ ਗੱਲ ਕੀਤੀ ਨੇ, 4 ਐਮਐਲਏ ਬਾਗੀ ਹੋਏ ਨੇ। ਪਹਿਲਾਂ ਅਕਾਲੀ ਦਲ ਨੂੰ ਪੁੱਛੋ ਤੁਹਾਡੇ ਕਿੰਨੇ ਅਕਾਲੀ ਦਲ ਬਣੇ ਨੇ, ਤੁਹਾਡੇ ਸੀਨੀਅਰ ਕਿੰਨੇ ਅਕਾਲੀ ਥੋੜੇ ਛੱਡ ਕੇ ਚਲੇ ਗਏ, ਇੰਨੇ ਅਕਾਲੀ ਬਣੇ ਨੇ। ਅੱਜ ਤੱਕ ਕਦੇ ਇੰਨੀਆਂ ਕਾਂਗਰਸਾਂ ਬਣੀ ਜਿੰਨੇ ਅਕਾਲੀ ਬਣ ਗਏ ਇਹਨਾਂ ਦੇ। ਤੇ ਦੂਜੀ ਗੱਲ, ਜਿਹੜਾ ਡਰੱਗਸ ਦੀ ਗੱਲਾਂ ਕਰਦੇ ਨੇ, ਇਹ ਅਕਾਲੀ ਦਲ ਨੇ, ਇਹਨਾਂ ਨੇ ਡਰੱਗਸ ਦਾ ਕੰਮ ਸ਼ੁਰੂ ਕੀਤਾ ਹੋਇਆ ਤੇ ਅਸੀਂ ਉਹਨੂੰ ਬਹੁਤ ਜ਼ਿਆਦਾ ਇਹਨਾਂ ਨੇ ਇੰਨਾ ਗੰਦਾ ਮਾਹੌਲ ਹੈ ਪੰਜਾਬ ਦਾ ਡਰੱਗ ਦਾ ਕਿ ਵੀ ਉਹਨੂੰ ਹੱਦ ਤੱਕ ਅਸੀਂ ਉਹ ਟੈਕਲ ਕਰ ਰਹੇ। ਇਹਨਾਂ ਨੇ ਸਾਰਾ ਮਾਹੌਲ ਇਹਨਾਂ ਵਿਗਾੜਿਆ, ਗੈਂਗਸਟਰ ਇਹਨਾਂ ਨੇ ਪੈਦਾ ਕੀਤੇ। ਜਿਹੜੀਆਂ ਆਰਮਸ ਐਮੂਨੀਸ਼ਨ ਦੀ ਗੱਲਾਂ ਕਰਦੇ ਨੇ, ਸ਼ਰੇਆਮ ਗੋਲੀ ਚੱਲਦੀਆਂ ਨੇ। ਜਦੋਂ 10 ਸਾਲ ਇਹਨਾਂ ਦੀ ਸਰਕਾਰ ਸੀਗੀ ਉਦੋਂ ਕਿਉਂ ਨਹੀਂ ਇਹਨਾਂ ਨੇ ਬੰਦ ਕੀਤੇ ਆਰਮਸ ਐਕਟ, ਤੇ ਉਦੋਂ ਇਹਨਾਂ ਨੂੰ ਬੰਦ ਕਰਨੇ ਚਾਹੀਦੇ ਸੀਗੇ। ਉਦੋਂ ਇਹਨਾਂ ਦੇ ਹਰੇਕ ਜਿਹੜਾ ਵੀ ਪਿੰਡ ਦਾ, ਜਿਹੜਾ ਕੋਈ ਪਿੰਡ ਦਾ ਬੰਦਾ ਆ ਗਿਆ ਉਹਨੂੰ ਆਖੇ ਉਹਦਾ ਪੈਪਨ ਦਾ ਬਣਾਤਾ, ਲਾਇਸੈਂਸ ਬਣਾਤਾ। ਉਦੋਂ ਆਪਦੇ ਡੀਸੀ ਨੂੰ ਕਹਿੰਦੇ ਲਾਇਸੈਂਸ ਨਹੀਂ ਕਰਨੀ ਹੈਗੀ। ਹੁਣ ਇੰਨੇ ਹਥਿਆਰ ਹੋਏ ਪਏ ਨੇ ਕਿ ਜਿਹੜਾ ਖੜਾ ਗੋਲੀ ਚਲਾਈ ਜਾਂਦਾ, ਕਦੇ ਆਹ ਕਰਦਾ ਉਹ ਕਰਦਾ। ਅਸੀਂ ਤਾਂ ਮਾਨਯੋਗ ਮੁੱਖ ਮੰਤਰੀ ਨੇ ਬਹੁਤ ਜ਼ੋਰ ਨਾਲ ਹੱਥ ਪਾਈ ਹੈ ਡਰੱਗਸ ਨੂੰ, ਤੇ ਅਸੀਂ ਇਹਨੂੰ ਬਿਲਕੁਲ ਹੀ ਖਤਮ ਕਰ ਦਾਂਗੇ। ਜਵਾਬ ਲੈ ਲਈਏ ਉਹ ਗੱਲ ਨਹੀਂ ਹੈਗੀ। ਦੀਪਾ ਸਾਹਿਬ, ਤੁਸੀਂ ਉਹਨਾਂ ਦੀ 4 ਐਮਐਲਏ ਦੀ ਗੱਲ ਕਰਦੇ ਹੋ, ਤੁਹਾਡੇ ਵੀ ਤਾਂ, ਹਾਂ ਮੈਂ ਵੀ ਕਹਿ ਰਿਹਾ ਨਾ, ਤੁਸੀਂ ਸਵਾਲ ਲੈ ਰਹੇ ਤੁਹਾਡੇ ਬੰਦੇ ਵੀ ਤਾਂ ਟੁੱਟ ਕੇ ਗਏ ਆ। ਤੁਹਾਡੇ ਬੰਦੇ ਨੇ ਵੱਖਰਾ ਅਕਾਲੀ ਦਲ ਬਣਾ ਲਿਆ, ਟਕਸਾਲੀ ਅਕਾਲੀ ਦਲ ਬਣਾ ਲਿਆ। ਚਲੋ ਬਣੇ ਹੈ ਬਿਲਕੁਲ। ਉਹਨਾਂ ਅਕਾਲੀ ਦਲ ਦਾ ਕੀ ਹਾਲ ਹੈ, ਕੀ ਲੋਕਾਂ 'ਚ ਗੱਲਬਾਤ ਹੈ, ਪਾਰਲੀਮੈਂਟ ਦਾ ਇਲੈਕਸ਼ਨ ਲੜੇ ਕਿ ਨਹੀਂ ਲੜੇ, ਇਹ ਵੀ ਕਿਸੇ ਨੂੰ ਯਾਦ ਨਹੀਂ, ਕਿੰਨੇ % ਉਹਨਾਂ ਨੂੰ ਵੋਟ ਪਈ, ਅੱਜ ਕੀ ਹਾਲਾਤ ਹੈ ਸਾਰੇ ਲੋਕ ਜਾਣਦੇ ਆ ਕਿ ਅਸਲੀ ਅਕਾਲੀ ਦਲ ਕਿਹੜਾ ਬਣ ਸਕਦੇ, ਅਗਾਂਹ ਵੀ ਬਣ ਸਕਦੇ ਆ। ਗੱਲ ਤਾਂ ਹੈ ਕਿ ਇਹਨਾਂ ਦੇ ਵਿਦਨ ਪਾਰਟੀ, ਇਹਨਾਂ ਦਾ ਜ਼ਿਲ੍ਹਾ, ਇਹਨਾਂ ਦੀ ਪਾਰਲੀਮੈਂਟ, ਇਹਨਾਂ ਦੇ ਘਰ ਦੇ ਬੰਦੇ ਬਿਲਕੁਲ ਆਵਾਜ਼ ਉਠਾ ਰਿਹਾ ਕਿ ਬੁਰਾ ਹਾਲ ਹੈ, ਕਰਪਸ਼ਨ ਬਹੁਤ ਹੈ, ਅਫਸਰਸ਼ਾਹੀ ਬੜੀ ਕਰਪਟ ਹੈ। ਇੱਕ ਇੱਟ ਵੀ ਨਹੀਂ ਲੱਗ ਰਹੀ ਕਿਸੇ ਪਿੰਡ 'ਚ। ਅਸੀਂ ਤਾਂ ਨਹੀਂ ਕਹਿ ਰਹੇ, ਇਹ ਕਹਿ ਰਹੇ ਆ। ਉਹਨਾਂ ਨੂੰ ਘਰੇ ਬਹਿ ਕੇ ਸੰਭਾਲ ਲਓ। ਨਹੀਂ ਤੁਸੀਂ ਸਵਾਲ ਦੀ ਗੱਲਾਂ ਕਰ ਰਹੇ ਹੋ। ਉਹਨਾਂ 4 ਐਮਐਲਏ ਜਿੰਨੀਆਂ ਔਨ ਫੈਕਟ ਔਨ ਰਿਕਾਰਡ ਤੇ ਜਿੰਨੀ ਡਿਵੈਲਪਮੈਂਟ ਹੋਈ ਹੈ ਕਿਤੇ ਨਹੀਂ ਹੋਈ। ਹੁਣ ਜੇ ਤਾਂ ਵੀ ਬੰਦਾ ਰੌਲਾ ਪਾਈ ਜਾਵੇ ਫਿਰ ਉਸ ਆਪਾਂ ਕੀ ਆਖੀਏ? ਜਿਹੜੇ ਸੀਨੀਅਰ ਬੰਦੇ ਸੀਗੇ, ਜਿਹੜੇ ਕਿ ਮਾਨਯੋਗ ਬੰਦੇ ਸੀਗੇ, ਮੋਹੀ ਸਾਹਿਬ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦੇਣਾ ਚਾਹੀਦਾ ਚਾਰੇ ਵਿਧਾਇਕਾਂ ਨੂੰ। ਜੇਕਰ ਇੰਨੀ ਡਿਵੈਲਪਮੈਂਟ ਉਹਨਾਂ ਦੇ ਇਲਾਕੇ 'ਚ ਹੋਈ ਹੈ ਤਾਂ ਫਿਰ ਵੀ ਰੌਲਾ ਪਾ ਰਹੇ, ਪਾਰਟੀ ਨੂੰ ਮੁਅੱਤਲ ਕਰ ਦੇਣਾ ਚਾਹੀਦਾ। ਮੁਅੱਤਲ ਕਰਨਾ ਨਹੀਂ ਕਰਨਾ ਉਹ ਤਾਂ ਪਾਰਟੀ ਹਾਈ ਕਮਾਂਡ ਤੇ ਪਾਰਟੀ ਪ੍ਰਧਾਨ ਦਾ ਫੈਸਲਾ ਹੁੰਦਾ। ਬੀਇੰਗ ਅ ਬੁਲਾਰਾ ਤੁਸੀਂ ਸਪਸ਼ਟ ਤਾਂ ਕਰ ਸਕਦੇ ਹੋ ਨਾ। ਦੂਜੀ ਗੱਲ ਹਰਪ੍ਰੀਤ ਜੀ, ਤੇ ਉਹ ਤਾਂ ਗੱਲ ਜੇ ਡਿਵੈਲਪਮੈਂਟ ਔਨ ਇਹ ਨਸ਼ਿਆਂ ਦੀ ਗੱਲ ਕਰਦੇ ਆ ਕਿ ਅਕਾਲੀ ਦਲ ਵੇਲੇ ਇੰਨੇ ਨਸ਼ੇ ਜੀ, ਇਹਨਾਂ ਦੇ ਲੀਡਰ, ਇਹਨਾਂ ਨੇ ਆਹ ਨਸ਼ਿਆਂ ਦਾ ਕੰਮ ਕੀਤਾ ਹੋਇਆ ਸੀ। ਇਹ ਠੀਕ ਹੈ, ਇਲੈਕਸ਼ਨ 'ਚ ਬੜਾ ਕਿਹਾ ਇਹਨਾਂ ਨੇ, ਬੜਾ ਉਸ ਚੀਜ਼ ਦਾ ਫਾਇਦਾ ਵੀ ਉਠਾਇਆ। ਲੋਕਾਂ ਦੇ ਵਾਕਈ ਦਿਮਾਗ 'ਚ ਕਿਸ ਵੇਲੇ ਬੈਠ ਗਿਆ ਸੀ ਕਿ ਵਾਕਈ ਨਸ਼ੇ ਸ਼ਾਇਦ ਕਿ ਅਕਾਲੀ ਲੀਡਰਸ਼ਿਪ ਦੀ ਵਜ੍ਹਾ ਨਾਲ ਹੈ। ਪਰ ਅੱਜ 3 ਸਾਲ ਹੋ ਗਏ, ਅੱਜ ਤੋਂ ਬਾਅਦ ਵੀ ਜੇ ਕਹੋਗੇ ਨਾ ਤੁਸੀਂ ਅਗਲੇ ਇਲੈਕਸ਼ਨ ਵੀ ਇਹ ਗੱਲ ਕਹੋਗੇ ਤਾਂ ਲੋਕ ਵੇਖੋ ਤੁਹਾਡੇ ਨਾਲ ਕੀ ਮਾੜੀ ਕਰਨਗੇ। ਇੱਕ ਮਿੰਟ ਇੱਕ ਕੋਈ ਅਕਾਲੀ ਵਰਕਰ ਕਿਸੇ ਲੀਡਰ ਡਰੱਗਸ ਦੀ ਖਤਮ ਹੋ ਜਾਂਦੇ ਆ, ਇੱਕ ਅਕਾਲੀ ਵਰਕਰ ਜਾਂ ਕਿਸੇ ਲੀਡਰ ਤੇ ਤੁਸੀਂ ਕੋਈ ਪਰਚਾ ਕੀਤਾ ਹੋਵੇ, ਤੁਹਾਨੂੰ ਕਿਹਨੇ ਰੋਕਿਆ? ਤੁਹਾਡੀ ਸਰਕਾਰ ਹੈ, ਅੰਦਰ ਕਰੋ ਨਾ। ਜਿਨ੍ਹਾਂ ਨੂੰ ਲੀਡਰਾਂ ਤੇ ਸਵਾਲ ਕਰਦੇ ਸੀ ਕਿ ਇਹ ਨਸ਼ੇ ਮੁਕਾਉਂਦੇ, ਤੁਹਾਨੂੰ ਕਿਹਨੇ ਰੋਕਿਆ? 3 ਸਾਲ ਹੋ ਗਏ, ਕਿਸੇ ਇੱਕ ਅਕਾਲੀ ਵਰਕਰ ਤੇ ਕਿਸੇ ਇੱਕ ਲੀਡਰ ਤੇ ਤੁਸੀਂ ਪਰਚਾ ਕੀਤਾ ਹੋਵੇ, FIR ਕੀਤੀ ਹੋਵੇ, ਤੁਹਾਡੇ ਕੋਲ ਕੋਈ ਪ੍ਰੂਫ ਹੋਵੇ? ਗੱਲਾਂ ਕਰਦੀਆਂ ਠੀਕ ਹੈ, ਇਲੈਕਸ਼ਨ 'ਚ ਕੀਤੀਆਂ ਜਾਂਦੀਆਂ। ਮੋਹੀ ਸਾਹਿਬ, ਕਿਹੜੇ ਅਕਾਲੀ ਵਰਕਰ ਜਾਂ ਅਕਾਲੀ ਦਲ ਦੇ ਲੀਡਰ ਦੇ ਖਿਲਾਫ ਪਰਚਾ ਕੀਤਾ ਜਾਂ ਉਹਨੂੰ ਅੰਦਰ ਕੀਤਾ ਜਿਹਦੇ ਤੇ ਇੱਕ ਸੀਰੀਅਸ ਐਲੀਗੇਸ਼ਨ ਚੋਣਾਂ ਦੌਰਾਨ ਲੱਗਦੇ ਰਹੇ? ਨਹੀਂ, ਮੈਂ ਤਾਂ ਡਰੱਗਸ ਦੀ ਗੱਲ ਕਰ ਰਿਹਾ। ਮੈਂ ਉਹੀ ਕਰ ਰਿਹਾ, ਡਰੱਗਸ ਦੀ ਗੱਲ ਕਰ ਰਿਹਾ। ਜਿਹੜੇ ਡਰੱਗ ਦੀ ਅਕਾਲੀ ਲੀਡਰ, ਜਿਹੜੇ ਐਮਐਲਏ ਨੇ, ਉਹ ਜਾ ਕੇ ਡਰੱਗ ਵੇਚਦੇ ਨੇ। ਗੱਲ ਤਾਂ ਉਹ ਆ ਨਾ ਕਿ ਵੀ ਉਹ ਪ੍ਰਮੋਟ ਕਰਦੇ ਨੇ। ਇਹਨਾਂ ਦੀ 10 ਸਾਲ ਇਹਨਾਂ ਦੀ ਗਵਰਨਮੈਂਟ ਰਹੀ ਆ, ਕਿਵੇਂ ਪੰਜਾਬ ਡਰੱਗਸ ਐਂਟਰ ਹੋ ਜਾਣਗੇ? ਇਹਨਾਂ ਨੇ ਗੈਂਗਸਟਰ ਉਹੀ ਸਾਹਿਬ ਹੁਣ ਤਾਂ ਸਰਕਾਰ ਤੁਹਾਡੀ ਹੈ, ਸਰਕਾਰ ਤੁਹਾਡੀ ਹੈ, ਤੁਸੀਂ ਫੜ ਕੇ ਅੰਦਰ ਕਿਉਂ ਨਹੀਂ ਕਰਦੇ? ਜਿਹਨਾਂ ਨੂੰ ਉਹਨਾਂ ਨੂੰ ਫੜ ਸਕਦੇ ਹੋ ਤੁਸੀਂ, ਅੰਦਰ ਦੇ ਰਹੇ। ਹੁਣ ਅੱਗੇ ਨਾਲੋਂ ਇਹ ਤਾਂ ਇਹਦਾ ਸ਼ਰੇਆਮ ਕਦੇ ਕੋਈ ਪੁਲਿਸ ਵਾਲਾ ਮਾਰਤਾ, ਕਦੇ ਕਿਸੇ ਤੇ ਗੋਲੀਆਂ ਚਲਾਤੀ, ਫਿਰ ਨਾਰੇ ਆਉਂਦੇ ਨੇ ਇਹ। ਤੇ ਸਾਡੇ ਉਹ ਕੰਮ ਤਾਂ ਨਹੀਂ ਹੈਗੇ। ਅਸੀਂ ਚੱਕ ਕੇ ਹਰੇਕ ਬੰਦੇ, ਜਿਹੜਾ ਵੀ ਕੋਈ ਗੈਂਗਸਟਰ ਆ, ਚਾਹੇ ਕੋਈ ਟੈਰਰਿਜ਼ਮ ਆ, ਉਹਨੂੰ ਚੱਕ ਕੇ ਅੰਦਰ ਦਿੰਦੇ ਆ ਤੇ ਉਹ ਹੱਥ ਪਾਈ ਆ ਜੋ ਇਹਨਾਂ ਨੇ ਪ੍ਰਮੋਟ ਕੀਤਾ ਇਹਨਾਂ ਨੇ। ਚਲੋ ਠੀਕ ਹੈ ਮੋਹੀ ਸਾਹਿਬ, ਮੇਰੇ ਕੋਲ ਸਮਾਂ ਘੱਟ ਹੈ, ਮੈਂ ਅਗਲੀ ਡਿਬੇਟ 'ਚ ਤੁਹਾਨੂੰ
ਫਿਰ ਤੋਂ ਦੁਬਾਰਾ ਜ਼ਿਆਦਾ ਸਮਾਂ ਦਾਂਗਾ। ਤੁਸੀਂ ਐਂਡ ਦੇ ਵਿੱਚ ਕਿਹਾ ਕਿ ਤੁਸੀਂ ਫੜ ਕੇ ਬੰਦੇ ਅੰਦਰ ਕੀਤੇ ਨੇ, ਪਤਾ ਨਹੀਂ ਉਹ ਕਿਹੜੇ ਬੰਦੇ ਨੇ ਜਿਹੜੇ ਸਰਪੰਚਾਂ ਨੂੰ ਮਾਰੀ ਜਾਂਦੇ ਨੇ, ਕਿਹੜੇ ਬੰਦੇ ਨੇ ਜਿਹੜੇ ਕੋ ਕੇ ਸੰਗਰੂਰ ਦੇ ਵਿੱਚ ਮਾਰ ਦਿੰਦੇ ਨੇ, ਜਾਂ ਡੀਜੇ ਵਾਲਾ ਕੋਈ ਗਾਣਾ ਨਹੀਂ ਚਲਾਉਂਦਾ ਤਾਂ ਉਹਨੂੰ ਮਾਰ ਦਿੰਦੇ ਨੇ, ਔਰ ਐਮਐਲਏ ਸਾਹਿਬ ਅਫਸੋਸ ਪ੍ਰਗਟਾਉਣ ਉਸ ਪਰਿਵਾਰ ਦੀ ਬਜਾਏ ਉਸ ਪਰਿਵਾਰ ਦੇ ਨਾਲ ਜਾਂਦੇ ਨੇ ਜਿਨ੍ਹਾਂ ਨੇ ਗੋਲੀ ਮਾਰ ਕੇ ਬੰਦਾ ਮਾਰ ਦਿੱਤਾ। ਪਤਾ ਨਹੀਂ ਇਹ ਕਿਹੜੀ ਪਾਰਟੀ ਨਾਲ ਸੰਬੰਧਿਤ ਨੇ ਜਿਹੜੇ ਤੁਸੀਂ ਗੱਲਾਂ ਕਰ ਰਹੇ ਹੋ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦੇ, ਇਸ ਪੂਰੀ ਵਿਚਾਰ ਚਰਚਾ ਰਹੀ। ਸੋ ਮੁੱਖ ਦੀ ਗੱਲ ਇਹ ਹੈ ਕਿ ਹਰ ਵਰਗ, ਲਗਭਗ ਮੁਲਾਜ਼ਮ ਵਰਗ ਵੀ ਇੱਥੇ ਬੈਠਾ ਹੈ, ਕਿਸਾਨਾਂ ਦਾ ਅਸੀਂ ਹਾਲ ਵੇਖ ਲਿਆ ਕੀ ਹੈ, ਔਰ ਹਰ ਵਰਗ ਇਹ ਦੁਖੀ ਹੈ ਕਿ ਇਸ ਵਕਤ ਹਾਲਾਤ ਪੰਜਾਬ ਦੇ ਬੜੇ ਮਾੜੇ ਨੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਦੂਰ ਦੂਰ ਤੱਕ ਕੋਈ ਰੌਸ਼ਨੀ ਦੀ ਕਰਨ ਨਜ਼ਰ ਵੀ ਨਹੀਂ ਆ ਰਹੀ ਕਿ ਹਾਲਾਤ ਸੁਧਰਨਗੇ। ਕਿਵੇਂ ਸੁਧਰਨਗੇ, ਕਿਵੇਂ ਸਾਰੀ ਸਮੱਸਿਆਵਾਂ ਹੱਲ ਹੋਣਗੀਆਂ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।